ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬਿਨੰਤੀ, ਮੇਰਾ ਦੁੱਖ ਸੁਖ ਤੁਧ ਹੀ ਪਾਸੇ। ਸ਼੍ਰੀ ਰਾਗ ਮਹੱਲਾ ਤੀਜਾ। ਸ਼੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦ੍ਰਿੜਾਏ। ਬਿਨ ਗੁਰ ਕਿਨੈ ਨਾ ਪਾਇਓ, ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ। ਮਨ ਮੁਖ ਕਰਮ ਕਮਾਵਣੇ, ਦਰਗਾਹ ਮਿਲੈ ਸਜਾਏ। ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੈ ਹਰ ਵਸੈ। ਗੁਰ ਸੇਵਾ ਸੁਖ ਪਾਏ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ, ਸੱਚ ਬਾਣੀ ਸੱਚ ਸ਼ਬਦ ਹੈ। ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੈ। ਹਉਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈਐ। ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ। ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਮਨ ਮੁਖ ਸ਼ਬਦ ਨਾ ਜਾਣਣੀ, ਜਾਸਨ ਬਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹਿ ਸਮਾਏ। ਸ਼ਬਦ ਮੰਨੀਐ ਸ਼ਬਦ ਮੰਨੀਐ, ਗੁਰ ਪਾਈਐ, ਵਿੱਚੋਂ ਆਪ ਗਵਾਏ। ਸ਼ਬਦ ਮੰਨਿਐ ਗੁਰੂ ਪਾਈਐ, ਵਿੱਚੋਂ ਆਪ ਗਵਾਏ। ਅਨ ਦਿਨ ਭਗਤ ਕਰੇ ਸਦਾ ਸਾਚੇ ਕੀ, ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਪਹਿਲਾਂ ਕੋਟਾਨ 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 ਸ਼ੁਕਰਾਨਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਤਰੁੱਠੇ ਨੇ, ਸਵਾਸਾਂ ਦੀ ਮਹੌਲਤ ਬਖਸ਼ੀ ਹੈ, ਤੇ ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗਿਆਨ ਦਾ ਪ੍ਰਕਾਸ਼ ਹੋਇਆ ਹੈ, ਜਿਸ ਗਿਆਨ ਨੂੰ ਕੋਸ਼ਿਸ਼ ਕਰ ਰਹੇ ਹਾਂ ਵੰਡਣ ਦੀ, ਤਾਂ ਕਿ ਇਹ ਬਾਬੇ ਨਾਨਕ ਦਾ ਜਿਹੜਾ ਭੋਜਨ ਆ, ਇਹਨੂੰ ਸਾਰਿਆਂ ਦੇ ਵਿੱਚ ਵੰਡਿਆ ਜਾਵੇ, ਤੇ ਆਪਾਂ ਸਾਰੇ ਗੁਰ ਪਰਿਵਾਰ ਗੁਰੂ ਨਾਨਕ ਨਾਮ ਲੇਵਾ ਗੁਰੂ ਨਾਨਕ ਜੀ ਦੇ ਸਿੱਖਿਆ ਦੇ ਚੱਲਣ ਵਾਲੇ, ਅਸੀਂ ਸਾਰੇ ਰਲ ਮਿਲ ਕੇ ਇਹਨੂੰ ਛਕ ਕੇ ਤੇ ਹੋਰਨਾਂ ਨੂੰ ਵੀ ਛਕਾ ਸਕੀਏ। ਸੋ ਇਸੇ ਸੰਬੰਧ ਦੇ ਵਿੱਚ ਰੋਜ਼ਾਨਾ ਫੇਸਬੁੱਕ ਲਾਈਵ ਦੇ ਇਸ ਮਾਧਿਅਮ ਦੇ ਰਾਹੀਂ
ਗੁਰਬਾਣੀ ਐਪੀਸੋਡ ਲੈ ਕੇ ਹਾਜ਼ਰ ਹੋ ਰਹੇ ਹਾਂ, ਜਿਹਦੇ ਵਿੱਚ ਸਵੇਰ ਦੇ ਟਾਈਮ ਠੀਕ 8 ਵਜੇ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ ਗਈ ਹੈ, ਜਿਹਦੇ ਵਿੱਚ ਸ਼੍ਰੀ ਰਾਗ ਚੱਲ ਰਿਹਾ ਹੈ ਤੇ ਸ਼੍ਰੀ ਰਾਗ ਦੇ ਹੁਣ ਤੱਕ 51 ਨੰਬਰ 51 ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਦਾ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 52 ਨੰਬਰ ਸ਼ਬਦ ਹੈ, 52 ਨੰਬਰ ਸ਼ਬਦ ਸ਼੍ਰੀ ਰਾਗ ਦਾ ਸ਼ਬਦ ਆ। ਤੇ ਸਾਹਿਬ ਧੰਨ ਧੰਨ ਨਿਮਾਣਿयों के मान ਨਿਤਾਣਿयों के तान न्योटियों की ओट ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 33 ਤੋਂ ਲੈ ਕੇ 34 ਤੱਕ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸ਼੍ਰੀ ਰਾਗ ਦਾ ਇਹ 52 ਨੰਬਰ ਸ਼ਬਦ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ 19 ਨੰਬਰ ਸ਼ਬਦ ਹੈ। 4 ਬੰਦ ਨੇ ਕੁੱਲ ਸ਼ਬਦ ਦੇ, ਇੱਕ ਬੰਦ ਰਹਾਉ ਦਾ ਹੈ। ਸੋ ਅਕਸਰ ਆਪਾਂ ਰਹਾਉ ਦੇ ਬੰਦ ਤੋਂ ਹੀ ਗੁਰਬਾਣੀ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਆਓ ਅਸੀਸ ਲਈਏ ਸਤਿਗੁਰੂ ਜੀ ਦੇ ਕੋਲੋਂ। ਸਤਿਗੁਰੂ ਜੀ ਪਿਆਰ ਗੁਰਬਾਣੀ ਜੀ ਦਾ ਸਤਿਕਾਰ ਕਰਨ ਦੀ ਸਮਤਾ ਬਖਸ਼ਣ ਤੇ ਬੜੇ ਅਦਬ ਸਤਿਕਾਰ ਦੇ ਨਾਲ ਆਪ ਗੁਰੂ ਜੀ ਹਾਜ਼ਰ ਨਾਜ਼ਰ ਹੋ ਕੇ ਆਪਣੀ ਗੁਰਮਤ ਦੇ ਗਾਡੀ ਰਾਹ ਤੇ ਸਾਨੂੰ ਤੋਰ ਲੈਣ ਤੇ ਸਾਡਾ ਮਨ ਚੰਚਲਤਾਈਆਂ ਛੱਡ ਕੇ, ਵਿਕਾਰੀ ਭਾਸ਼ਾ ਛੱਡ ਕੇ ਸਾਰਿਆਂ ਦੇ ਵਿੱਚ ਪ੍ਰੇਮ ਸਤਿਕਾਰ ਤੇ ਅਦਬ ਦੇ ਨਾਲ ਅਸੀਂ ਗੁਰਮਤ ਦਾ ਚਾਨਣ ਫੈਲਾ ਸਕੀਏ, ਗੁਰਮਤ ਦੀ ਰੌਸ਼ਨੀ ਫੈਲਾ ਸਕੀਏ। ਸੋ ਆਓ ਆਪ ਸਾਰਿਆਂ ਸਰੋਤਿਆਂ ਜਨਾਂ ਦਾ ਜੋ ਰੋਜ਼ਾਨਾ ਹੀ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਗੁਰਬਾਣੀ ਵਿਚਾਰ ਸਰਵਣ ਕਰਦੇ ਹਨ ਤੇ ਨਾਲ ਹੀ WhatsApp ਗਰੁੱਪ ਗਲੋਬਲ ਗੁਰਬਾਣੀ ਵਿਚਾਰ, ਉਹਦੇ ਵਿੱਚ ਵੀ ਇਹ ਪ੍ਰੋਗਰਾਮ ਜਿਹੜੇ ਨੇ ਇਹ ਲਾਈਵ ਜਿਹੜੇ ਪਾਏ ਜਾਂਦੇ ਹਨ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਰਹਾਉ ਦਾ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ। ਸਾਹਿਬ ਜੀ ਕਹਿੰਦੇ, ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ। ਰਹਾਉ। ਹੁਣ ਗੁਰਬਾਣੀ ਦੇ ਵਿੱਚ ਜਿੰਨੇ ਵੀ ਆਪਾਂ ਹੁਣ ਤੱਕ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦੇ, ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਰਵਣ ਕੀਤੇ ਨੇ, ਇੱਕ ਗੱਲ ਮੈਂ ਬਾਰ-ਬਾਰ ਹਰ ਵਕਤ ਹੀ ਕਹਿਣਾ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਸ਼ਬਦਾਂ ਦੇ ਵਿੱਚ ਬੜੀ ਬਾ ਕਮਾਲ ਸਾਡੇ ਵਾਸਤੇ ਗਿਆਨ ਤੇ ਸਿੱਖਿਆਵਾਂ ਰੱਖੀਆਂ ਹਨ। ਸਤਿਗੁਰੂ ਜੀ ਨੇ ਬੜਾ ਨਿਖੇਰ ਕੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਦੇ ਦੁੱਖ ਦਾ ਕਾਰਨ ਕੀ ਹੈ, ਮਨੁੱਖ ਇਤਨਾ ਵਿਕਾਰੀ ਕਿਉਂ ਹੈ, ਇਹ ਰੋਗੀ ਕਿਉਂ ਹੈ। ਸਤਿਗੁਰੂ ਜੀ ਨੇ ਕੱਲ੍ਹ ਦੇ ਸ਼ਬਦ ਵਿੱਚ ਵੀ ਇਹ ਗੱਲ ਸਮਝਾਈ ਸੀ ਕਿ ਮਨੁੱਖ ਦੀ ਜਿਹੜੀ ਸੋਚ ਆ ਨਾ, ਉਹ ਮਨੁੱਖ ਬਹੁਤਾਤ ਸੋਚ ਆਪਣੀ ਮਨ ਦੀ ਘੜੀ ਹੋਈ ਮਤ ਦੇ ਮੁਤਾਬਕ ਤੁਰਦਾ ਹੈ। ਆਮ ਕਰਕੇ ਤੁਸੀਂ ਨਾ ਇੱਕ ਬਚਨ ਲੋਕਾਂ ਦੇ ਮੂੰਹ 'ਚੋਂ ਸੁਣਿਆ ਹੋਣਾ, ਸੁਣੋ ਸਾਰਿਆਂ ਦੀ ਕਰੋ ਆਪਣੀ। ਇਹ ਮਨੁੱਖ ਨੇ ਧਾਰਮਿਕ ਦੁਨੀਆ ਦੇ ਵਿੱਚ ਵੀ ਇਸ ਚੀਜ਼ ਨੂੰ ਢੀਠ ਹੋ ਕੇ ਅਪਣਾਇਆ ਹੋਇਆ ਹੈ। ਇਹ ਸੁਣਦਾ ਤੇ ਸਾਰਿਆਂ ਦੀ ਹੈ, ਹਰ ਪ੍ਰਮਾਣ ਗੁਰਬਾਣੀ ਦਾ ਸੁਣਦਾ ਹੈ, ਪਰ ਕਰਦਾ ਨਹੀਂ ਗੁਰਮਤ ਗੁਰਬਾਣੀ। ਚਾਹੀਦਾ ਤੇ ਇੱਥੇ ਸੀ ਕਿ ਇੱਥੇ ਕੇਵਲ ਤਾਂ ਕੇਵਲ ਗੁਰੂ ਜੀ ਦੀ ਹੀ ਸੁਣਦਾ, ਕੇਵਲ ਤਾਂ ਕੇਵਲ ਗੁਰੂ ਦੀ ਮੱਤ ਤੇ ਹੀ ਤੁਰਦਾ। ਪਰ ਇਹ ਕਮਾਲ ਦੀ ਗੱਲ ਹੈ ਕਿ ਗੁਰੂ ਦੀ ਮੱਤ ਨੂੰ ਪੜ੍ਹਦਾ ਜ਼ਰੂਰ ਹੈ, ਪਾਠ ਵੀ ਕਰਦਾ ਹੈ, ਬਾਣੀ ਦੀ ਵਿਚਾਰ ਵੀ ਕਰਦਾ ਹੈ, ਸਮਝਦਾ ਵੀ ਹੈ, ਸਮਝਾਉਂਦਾ ਵੀ ਹੈ, ਪਰ ਫਾਲੋ ਨਹੀਂ ਕਰਦਾ, ਆਪ ਨਹੀਂ ਤੁਰਦਾ ਉਹਦੇ ਉੱਪਰ। ਇਸੇ ਕਰਕੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਭਾਈ ਗੁਰਦਾਸ ਜੀ ਨੇ ਕਹਿੰਦੇ, ਕੋਈ ਖੰਡ ਕਟੋਰੀ ਵਿੱਚ ਪਾ ਕੇ ਰੱਖ ਲਵੇ ਤੇ ਉਹਦੇ ਵੱਲ ਵੇਖ ਵੇਖ ਕੇ ਖੰਡ 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 ਕਹੀ ਜਾਵੇ ਤੇ ਭਾਈ ਗੁਰਦਾਸ ਜੀ ਕਹਿੰਦੇ, ਦੱਸੋ ਕਿ ਉਹ ਖੰਡ ਦਾ ਸਵਾਦ ਲੈ ਸਕਦਾ? ਤੇ ਬਿਲਕੁਲ ਵੀ ਨਹੀਂ ਲੈ ਸਕਦਾ,
क्योंकि जब तक वो खंड नूं खावेगा नहीं, वो किवें दसेगा भी खंड मिठी है कि कौड़ी है। साडा भी सुभाਅ ਇਹ है, बाणी पढ़ रहे हैं, बड़े विद्वेता विद्वान तुहानूं मिलणगे संसार 'ਚ ਜਿਹੜੇ ਕਹਿਣਗੇ भी असीं हर महीने का एक सहज पाठ कर लैंदे आ, मुबारक आ, बड़ी बाणी कंठ आ। इहो जे प्रमाण पढ़ पढ़ के सुणाउणगे, तुसीं विस्माद हो जाओगे, भाई इन्ना विद्वान, इन्ना ज्ञानवान, इन्ना समझदार, बहुत मुबारक आ। पर वीर मेरे किते नेड़े जाके वेखोगे तो अंदरों विकारां दी बदबू आवेगी, अंदरों हौमे की बदबू नज़र आएगी, अंदरों क्रोध की बदबू नज़र आएगी, मेर तेर की बदबू आएगी। इहदा मतलब ये कि केवल गुरबाणी नूं पढ़िया है, विचारिया नहीं है। तो एक गल चिट्टे रखियो, जद तक जीवन दे विच गुरमत नूं वसाउंदे नहीं, जद तक जीवन दे विच गुरु की बाणी नूं नहीं टिकाउंदे, ये जीवन यात्रा उत्थे दी उत्थे खलोती रहेगी। साडा बहुतात सुभाਅ की है, धन श्री गुरु अमरदास साहिब जी अज दे शब्द विच समझाउंदे, कहंदे मन रे दूजा भाव चुकाए। कहंदे जे मेरे मन तू परिपूर्ण परमात्मा दे नाल प्रेम पाउणा चाहुना, जे चाहुना कि तू हाज़र नाज़र अकाल पुरख वाहिगुरू दे गुणां दा सुख माणे, जे तेरे मन विच ये रत्तिक मात्र भी किते भावना है कि भी तू जे चाहुना कि मैं दुनिया का तमाम आनंदित जीवन जीण वाला मनुख बना, तो सब कहते फिर पता की कर, दूजा भाव चुकाए। आ जिहड़ा तू माया नाल प्रेम पा के बैठा वा ना, तैनूं ये प्रेम दूजा भाव का अर्थ है, मैं बार बार बेनती की है, गुरबाणी विच शब्द बहुत वारी आऊगा भाव, दो वारी आउंदा भाव ते भाव। आम करके असी भाव ते भाव दे विच डिफरेंस नहीं ना जानते, इस करके असी उचारण भी इवें कर दिंदे। बहुतात वारी तुसी लोकां दे संगतां दे मूँह चों मूल मंत्र दा जाप सुनना, तो बहुतात वीर भैण मेरे निरभौ नूं निरभाओ कह दिंदे ने, ते जिथे भौ शब्द आउंदा उत्थे भाव कहिंदे ने, जिथे भाव आउंदा उत्थे भौ कहिंदे ने। हुण दो शब्द गुरु ग्रंथ साहिब विच बहुतात बड़ी वारी मिलणगे। जिथे भब्बा ऊड़े नूं औंकड़ भौ शब्द है, उहदा अर्थ है डर, ते जिथे भब्बे नूं कन्ना ऊड़े नूं औंकड़ शब्द लग गया भाव, उहदा अर्थ है प्रेम। हुण जे असीं निर दे नाल भाव ला देवांगे, भब्बे नूं कन्ने वाला ऊड़े नूं औंकड़ वाला भाव लावांगे, ते अर्थ बण गए प्रेम तो रहत, कि परमात्मा प्रेम तो रहत है। पर जदों असीं भब्बे नूं भब्बा ते ऊड़े नूं औंकड़ भौ शब्द पढ़ांगे, तो वह अर्थ है निरभौ। निरभौ का अर्थ है निडर, जिन्हों किसी का डर नहीं। हुण इवें ही इत्थे सच्चे पातशाह जी कहते, मन रे दूजा भाव चुकाए, दूसरा प्रेम अपने जीवन विचों चुक दे। दूसरा प्रेम किहड़ा? मनुख नूं सब नूं पता है कि भी साडा प्रेम रब नाल किन्ना गया। असी वाहिगुरू मूँह तो कहने आ, रब रब कहने आ, पर जीवन च रब की खुशबू नहीं है। असी रब नूं सिर्फ यूटिलाइज कर रहे हैं। किवें यूटिलाइज? भाव वरत रहे हैं अपने स्वार्थां नूं मुकम्मल करने वास्ते। क्योंकि मैं बचपन तो ये गल अपने माता पिता को सुनी है, मैं अपने आले दुआले तो सुनी है, जदों दुख होवे रब अगे अरदास करो, रब दुख दूर कर दिंदा है। ये तो गल मैं सिख लई, पर मैं ये नहीं सीखिया क्योंकि मेरी माता पिता नूं भी ये नहीं सी पता कि रब दुख दूर करदा किवें है। जे मेरे माता पिता गुरबाणी नाल जुड़े हुंदे, जे मेरे माता धन गुरु ग्रंथ साहिब जी की गुरु शब्द नाल जुड़ी हुंदी, वो मैनूं लोरी दिंदी, मैनूं गुड़ती दिंदी, पुੱਤ वे जदों भी कोई तकलीफ विपता उदों आउंदी है जदों असीं विकारां दी जिंदगी जिउणे आ, ईरखा नफरत करन लग पैने आ, किसी का बुरा सोचण लग पैने आ, किसी का माड़ा करन लग पैने आ, ते ये विपतावां साडे जीवन च भी आउणगीਆਂ। क्योंकि जदों असीं मंदा सोचांगे साडे अंदर भी मैल जाऊगी। इस करके पुੱਤ वे गुरबाणी गुरु शब्द परमात्मा नूं हाज़र नाज़र जानना है। परमात्मा सदा अंग संग वसदा है, ते जिन्हों ये प्यार पै जावे रब नाल, वो फिर मैला नहीं चितवदा, वो फिर अपने घर नूं मैला नहीं करदा। इस करके पुੱਤ तू वैद बन, डॉक्टर बन, पुੱਤ तू इंजीनियर भी बन, ऐ मेरे पुत्रा तू मास्टर चंगा अध्यापक बन, पर नाल तू गुरमुख होना चाहिए। हुण जे माँ ने ये गुड़ती दिती हुंदी, माँ ने मैनूं ये मत सिखाई हुंदी, ये सिखाउण दी बजाए कि पुੱਤ वे
ਚੰਗੇ ਨੰਬਰ ਲੈਣੇ, ਰੱਬ ਅੱਗੇ ਅਰਦਾਸ ਕਰ, ਬੜੀ ਵਧੀਆ ਗੱਲ ਆ। ਪਰ ਨਾਲ ਇਹ ਵੀ ਮੇਰੀ ਮਾਂ ਸਿਖਾਉਂਦੀ, ਪੁੱਤ ਵੇ ਤੈਨੂੰ ਆਪ ਪੜ੍ਹਨਾ ਪਊਗਾ। ਜੇ ਤੂੰ ਇਮਾਨਦਾਰੀ ਦੇ ਨਾਲ ਆਪਣੀ ਮਿਹਨਤ ਕਰੇਗਾ, ਰੱਬ ਤੇਰੀ ਮਿਹਨਤ ਨੂੰ ਭਾਗ ਲਾਵੇਗਾ। ਕਈ ਚੀਜ਼ਾਂ ਅਸੀਂ ਨਹੀਂ ਸਿੱਖੀਆਂ ਕਿਉਂਕਿ ਅਸੀਂ ਵੀ ਨਹੀਂ ਸੀ ਜਾਣਦੇ। ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਮੈਂ ਆਪਣੇ ਬਾਪ ਨੂੰ ਵੇਖਿਆ ਹਰ ਵਕਤ ਪੈਸਾ 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 ਕਰਦਿਆਂ, ਮੈਂ ਆਪਣੀ ਮਾਂ ਨੂੰ ਵੇਖਿਆ ਹਰ ਵਕਤ ਪੈਸਾ ਪੈਸਾ ਕਰਦਿਆਂ, ਮੇਰੀ ਜ਼ਿੰਦਗੀ ਵਿੱਚ ਉਹ ਪੈਸਾ ਹੀ ਧਸ ਗਿਆ। ਮੇਰੀ ਮਾਂ ਨੇ ਬਚਪਨ ਦੇ ਵਿੱਚ ਵੀ ਮੈਨੂੰ ਖਿਡੌਣੇ ਲਿਆ ਕੇ ਫੜਾਏ। ਫਰਕ ਇੰਨਾ ਸੀ ਕਿ ਉਹ ਚਾਬੀ ਵਾਲੇ ਖਿਡੌਣੇ ਸੀ। ਉਦੋਂ ਵੀ ਮੈਂ ਇਹ ਕਹਿੰਦਾ ਸੀ ਕਿ ਮੈਂ ਆਪਣੀ ਭੈਣ ਨੂੰ, ਆਪਣੇ ਭਰਾ ਨੂੰ ਨਹੀਂ ਦੇਣੇ। ਉਦੋਂ ਵੀ ਮੈਂ ਕਹਿੰਦਾ ਸੀ। ਹੁਣ ਵੱਡਾ ਹੋ ਗਿਆ ਵਾਂ, ਮਨ ਹਜੇ ਵੀ ਬੱਚਾ ਹੈ। ਹੁਣ ਚਾਬੀ ਵਾਲੇ ਖਿਡੌਣੇ ਜਿਹੜੇ ਪਹਿਲਾਂ ਮੇਰੇ ਘਰ ਤੱਕ ਸਨ, ਹੁਣ ਵੱਡੇ ਖਿਡੌਣੇ ਹੋ ਗਏ ਨੇ। ਫਰਕ ਤੇ ਕੁਝ ਵੀ ਨਹੀਂ ਨਾ ਪਿਆ। ਹਜੇ ਵੀ ਓਨੀ ਈਰਖਾ ਹੈ, ਓਨੀ ਨਫ਼ਰਤ ਹੈ, ਓਨਾ ਹੀ ਸਭ ਕੁਝ ਹੈ, ਕਿਉਂਕਿ ਮਨ ਦੇ ਵਿੱਚ ਸੱਚਾ ਪ੍ਰੇਮ ਪ੍ਰਮਾਤਮਾ ਦਾ ਨਹੀਂ ਵਸਿਆ। ਇੱਕੋ ਇੱਕ ਪਹਿਲਾ ਪ੍ਰੇਮ ਪ੍ਰਮਾਤਮਾ ਦਾ ਨਹੀਂ ਆਇਆ। ਹੁਣ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦੀ ਪਰਵਰਿਸ਼ ਕਰਦੀ ਹੈ। ਹੁਣ ਮਾਂ ਆਪਣੇ ਪੁੱਤਰਾਂ ਨੂੰ ਗੋਦੀ ਵਿੱਚ ਬਿਠਾ ਕੇ ਕਹਿੰਦੀ ਹੈ, ਪੁੱਤ ਵੇ, ਦੁਨੀਆ ਦਾ ਭਾਵੇਂ ਕੋਈ ਵੀ ਲਾਲਚ ਦਿੱਤਾ ਜਾਵੇ, ਦੁਨੀਆ ਦੇ ਵਿੱਚ ਭਾਵੇਂ ਕੋਈ ਵੀ ਪਦਾਰਥਾਂ ਦੀ ਜਿੰਨੇ ਮਰਜ਼ੀ ਲਾਲਚ ਦਿੱਤੇ ਜਾਣ, ਇਹ ਪ੍ਰਮਾਤਮਾ ਦੇ ਪ੍ਰੇਮ ਦੇ ਸਾਹਮਣੇ ਸਭ ਤੁੱਛ ਨੇ। ਪ੍ਰਮਾਤਮਾ ਉਹਨਾਂ ਨੂੰ ਪ੍ਰੇਮ ਕਰਦਾ ਹੈ ਜੋ ਉਹਦੇ ਨਾਲ ਕਰਦੇ ਨੇ। ਹੁਣ ਉਹ ਪੁੱਤਰਾਂ ਨੂੰ ਸਿਖਾਈ ਹੋਈ ਗੁਰੂ ਦੀ ਮੱਤ ਕਿਹਨੇ ਦਿੱਤੀ? ਗੁਰੂ ਮਾਂ ਨੇ ਦਿੱਤੀ। ਗੁਰੂ ਮਾਂ ਨੇ ਗੁਰੂ ਮੱਤ ਦਿੱਤੀ। ਅੱਜ ਉਹ ਬੱਚੇ ਇਤਨੇ ਤਾਕਤਵਰ ਬਣ ਗਏ ਕਿ ਅੱਜ ਦੁਨੀਆ ਦੇ ਜਿੱਥੇ ਸਾਰੇ ਦੁਸ਼ਮਣ ਬੈਠੇ ਨੇ, ਉਹਨਾਂ ਵਿੱਚ ਵੀ ਉਹ ਇਕੱਲਾ ਮਹਿਸੂਸ ਨਹੀਂ ਕਰ ਰਿਹਾ। ਦੇਖੋ, ਇਹ ਹੈ ਚੜ੍ਹਦੀ ਕਲਾ। ਅੱਜ ਉਹਨਾਂ ਵਿੱਚ ਖਲੋਤੇ ਹੋਏ ਵੀ ਉਹ ਦੋ ਮਾਸੂਮ ਗੁਰੂ ਜੀ ਕੇ ਨੰਨੇ ਮੁੰਨੇ ਲਾਲ, ਨੰਨੇ ਮੁੰਨੇ ਬੱਚੇ ਅੱਜ ਉੱਥੇ ਖਲੋ ਕੇ ਵੀ ਕਹਿੰਦੇ ਨੇ, ਕਹਿੰਦੇ ਐ ਵਜ਼ੀਦ ਖਾਂ, ਸਾਡੀ ਮਾਂ ਨੇ, ਸਾਡੀ ਦਾਦੀ ਨੇ ਸਾਨੂੰ ਇਹ ਸਿਖਾ ਦਿੱਤਾ ਹੈ ਕਿ ਪਹਿਲਾ ਪ੍ਰੇਮ ਕੇਵਲ ਪ੍ਰਮਾਤਮਾ ਦਾ ਹੈ। ਆ ਮਾਇਆ ਰੂਪੀ ਪ੍ਰੇਮ ਤੂੰ ਆਪਣਾ ਆਪਣੇ ਕੋਲ ਰੱਖ। ਮੈਂ ਵਿਕਾਊ ਨਹੀਂ, ਅਸੀਂ ਵਿਕਣ ਵਾਲੇ ਨਹੀਂ, ਅਸੀਂ ਵਿਕਾਊ ਨਹੀਂ ਆ। ਤੇਰੇ ਕੋਲ ਦੁਨੀਆ ਦਾ ਇਹੋ ਜਿਹਾ ਸਰਮਾਇਆ ਹੀ ਨਹੀਂ ਤੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਖਰੀਦ ਸਕੇ। ਕਿ ਅੱਜ ਦੇ ਸਿੱਖ ਦੇ ਕੋਲ ਹੈ? ਅੱਜ ਤੇ ਮੇਰੇ ਵਰਗਾ ਕੋਈ ਮੈਨੂੰ ਗੁਰਦੁਆਰੇ ਦੀ ਪ੍ਰਧਾਨਗੀ ਦੇ ਦੇਵੇ ਤੇ ਮੈਂ ਸਿੱਖੀ ਸਿਧਾਂਤਾਂ ਨੂੰ ਰੱਜ ਕੇ ਧੱਜੀਆਂ ਉਡਾਈ ਜਾਂਦਾ। ਅੱਜ ਗੁਰਦੁਆਰੇ 'ਚ ਕੀ ਹੋ ਰਿਹਾ? ਇਹੀ ਹੋ ਰਿਹਾ ਹੈ ਨਾ। ਜੇ ਮੈਂ ਗੁਰਦੁਆਰੇ ਦੇ ਵਿੱਚ ਪ੍ਰਬੰਧਕ ਕਮੇਟੀ ਵਿੱਚ ਮੈਨੂੰ ਚੁਣ ਕੇ ਲਿਆਂਦਾ ਹੈ ਸੰਗਤ ਨੇ, ਫਿਰ ਮੈਂ ਵਿਕਾਊ ਨਹੀਂ ਸੀ ਹੋਣਾ ਚਾਹੀਦਾ ਕਿ ਮੈਂ ਚੰਦ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵਿਕ ਜਾਵਾਂ ਤੇ ਕਥਾਵਾਚਕ ਨੂੰ ਵੀ ਇਹ ਆਖਾਂ ਵੀ ਸਿਧਾਂਤ ਨੂੰ ਤੂੰ ਆਪਣੀ ਮੇਰੇ ਮੁਤਾਬਕ ਦੱਸਣਾ ਹੈ, ਗੁਰਮਤ ਮੁਤਾਬਕ ਨਹੀਂ। ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਇਹੀ ਅਵਸਥਾ ਹੈ। ਇਸੇ ਹਾਲਾਤ ਵਿੱਚ ਸਾਰੀ ਦੁਨੀਆ ਵਗ ਰਹੀ ਹੈ ਕਿਉਂਕਿ ਪਹਿਲਾ ਪ੍ਰੇਮ ਜਿਹੜਾ ਪਾਉਣਾ ਸੀ ਉਹ ਜੀਵਨ 'ਚ ਪਿਆ ਨਹੀਂ। ਤੇ ਜ਼ਿੰਦਗੀ ਕਿਸ ਪ੍ਰੇਮ ਦੇ ਵਿੱਚ ਡੁੱਬੀ ਹੈ? ਮਾਇਆ ਦੇ ਪ੍ਰੇਮ ਦੇ ਵਿੱਚ। ਕਹਿੰਦੇ ਜੇ ਚਾਹੁੰਨਾ ਹਜੇ ਵੀ ਸਮਝ ਜਾ, ਹਜੇ ਵੀ ਸਮਝ ਜਾ। ਜੇ ਚਾਹੁੰਨਾ ਵਾ ਕਿ ਜ਼ਿੰਦਗੀ ਆਨੰਦਿਤ ਬਣ ਜਾਵੇ, ਜ਼ਿੰਦਗੀ ਖੇੜੇ ਭਰਪੂਰ ਹੋ ਜਾਵੇ, ਜ਼ਿੰਦਗੀ ਵਿੱਚ ਤਮਾਮ ਅਧਿਆਤਮਿਕ ਤੇ ਆਤਮਿਕ ਖੁਸ਼ੀਆਂ ਆ ਜਾਣ, ਫਿਰ ਕਰ ਕੀ? ਦੂਜਾ ਪਾਉ ਚੁਕਾਏ। ਮਨ ਰੇ, ਦੂਜਾ ਪਾਉ ਚੁਕਾਏ। ਇਹ ਮਾਇਆ ਦਾ ਪ੍ਰੇਮ ਜੀਵਨ ਵਿੱਚੋਂ ਕੱਢ ਦੇ, ਇਹ ਮਾਇਆ ਦੀ ਪਕੜ ਜੀਵਨ ਦੇ ਵਿੱਚੋਂ ਛੱਡ ਦੇ। ਅੰਤਰ ਤੇ ਰਹਿ ਹਰ ਵਸੈ। ਕਿਆ ਬਾਤ ਹੈ ਵਾਹਿਗੁਰੂ। ਜਦੋਂ ਸ਼ਬਦ ਨਾਲ ਜੁੜਦਾ ਨਾ ਵੀਰ ਮੇਰਿਓ, ਭੈਣ ਮੇਰੀਓ, ਇਹ ਇਸ ਤਰੀਕੇ ਦਾ ਤਾਲਾ ਹੈ। ਜਦੋਂ ਤੁਸੀਂ ਖੋਲਦੇ ਆ ਨਾ ਗੁਰੂ ਸ਼ਬਦ ਦੀ ਕੁੰਜੀ ਦੇ ਨਾਲ, ਤੁਹਾਡੇ ਅੰਦਰ ਆਤਮਿਕ ਅਵਸਥਾ ਰੋਮ ਰੋਮ ਤੁਹਾਡਾ ਆਨੰਦ ਨਾਲ ਭਰ ਜਾਂਦਾ ਹੈ। ਹੁਣ ਸਾਹਿਬ ਜੀ ਕਿੰਨਾ ਪਿਆਰਾ ਬਚਨ ਸਮਝਾ ਰਿਹਾ ਹੈ। ਕਹਿੰਦੇ ਅੰਤਰ ਤੇ ਰਹਿ ਹਰ ਵਸੈ। ਉਹ ਤੇਰੇ ਤੋਂ ਦੂਰ ਥੋੜੀ ਹੈ ਵੀਰੇ। ਇਹ ਮੇਰੀ ਭੈਣੇ, ਇਹ ਮੇਰੇ ਬੱਚਿਆ, ਉਹ ਤੇਰੇ ਤੋਂ ਦੂਰ ਥੋੜੀ ਹੈ ਰੱਬ। ਅੰਤਰ ਤੇ ਰਹਿ ਹਰ ਵਸੈ। ਉਹ ਤੇ ਸਦਾ ਤੇਰੇ ਅੰਦਰ ਵਸਦਾ ਪਿਆ ਹੈ। ਗੁਰ ਸੇਵਾ ਸੁਖ ਪਾਏ। ਬਸ ਤੈਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਹੈ। ਗੁਰੂ ਦੇ ਦੱਸੇ ਹੋਈ ਸੇਵਾ, ਗੁਰੂ ਦੀ ਦੱਸੀ ਹੋਈ ਸੇਵਾ ਕੀ ਹੈ? ਗੁਰੂ ਦੇ ਹੁਕਮ ਤੇ ਤੁਰਨਾ, ਗੁਰੂ ਦੀ ਮੱਤ ਨੂੰ ਅਪਣਾਉਣਾ। ਗੁਰ ਸੇਵਾ ਸੁਖ ਪਾਏ। ਗੁਰੂ ਦੀ ਦੱਸੀ ਹੋਈ ਭਗਤੀ ਕੀਤਿਆਂ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ, ਤੂੰ ਸਦਾ ਵਾਸਤੇ ਆਨੰਦਿਤ ਤੇ ਆਤਮਿਕ ਸੁੱਖਾਂ ਦਾ ਮੁਜੱਸਮਾ ਬਣ ਜਾਵੇਂਗਾ। ਤੇਰਾ ਰੋਮ ਰੋਮ ਖੁਸ਼ੀ
ਤੇ ਖੇੜੇ ਨਾਲ ਭਰ ਜਾਵੇਗਾ। ਸਦਾ ਤੂੰ ਚੜ੍ਹਦੀ ਕਲਾ 'ਚ ਰਵੇਂਗਾ। ਤੇਰੇ ਅੰਦਰ ਇੱਕ ਐਸੀ ਐਨਰਜੀ ਰਵੇਗੀ, ਉਹ ਐਨਰਜੀ ਜਿਹੜੀ ਕਦੀ ਵੀ ਤੈਨੂੰ ਢਹਿੰਦੀ ਕਲਾ 'ਚ ਨਹੀਂ ਲੈ ਕੇ ਜਾਵੇਗੀ। ਦੁਨੀਆ ਦਾ ਤੂੰ ਤਮਾਮ ਮਜ਼ਬੂਤ ਇਨਸਾਨ ਬਣ ਜਾਵੇਂਗਾ। ਸਤਿਗੁਰੂ ਜੀ ਨੇ ਇਹੀ ਗੁੜਤੀਆਂ ਆਪਣੇ ਬੱਚਿਆਂ ਨੂੰ ਦਿੱਤੀਆਂ ਸਨ। ਇਹੀ ਗੁੜਤੀ ਸਿੱਖ ਨੂੰ ਦਿੱਤੀ ਸੀ। ਜਦੋਂ ਸਾਡਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਤੋਂ ਰੱਖ ਲਿਆ ਜਾਂਦਾ ਨਾ, ਉਦਣ ਦਰਅਸਲ ਇਹ ਗੁੜਤੀ ਸਾਡਾ ਗੁਰੂ ਸਾਡੇ ਹਰ ਇੱਕ ਬੱਚੇ ਨੂੰ, ਹਰ ਇੱਕ ਮੇਰੀ ਵੀਰ ਮੇਰੇ ਭੈਣ ਨੂੰ ਦਿੰਦਾ ਹੈ। ਉਹ ਅੱਜ ਤੋਂ ਚਿੰਤਾ ਨਾ ਕਰ, ਅੱਜ ਤੋਂ ਇਹ ਬੱਚਾ ਗੁਰੂ ਨਾਨਕ ਦਾ ਹੋਇਆ। ਪਰ ਅਸੀਂ ਤੇ ਨਹੀਂ ਬਣਾਇਆ। ਅਸੀਂ ਤੇ ਆਪ ਮੋਹ ਦੀ ਚਿੱਕੜ ਵਿੱਚ ਡੁੱਬੇ ਰਹੇ, ਆਪਣੇ ਪਰਿਵਾਰ ਨੂੰ ਵੀ ਡੋਬਤਾ, ਕਿਉਂਕਿ ਅਸੀਂ ਨਹੀਂ ਗੁਰੂ ਨਾਲ ਜੁੜੇ, ਗੁਰੂ ਸ਼ਬਦ ਨਾਲ ਜੁੜੇ। ਤਾਂ ਸਾਹਿਬ ਕਹਿੰਦੇ ਨੇ ਨਾਲ ਹੀ ਸੀ ਉਹ, ਪਰ ਤੈਨੂੰ ਨਜ਼ਰ ਨਹੀਂ ਸੀ ਆ ਰਿਹਾ, ਕਿਉਂਕਿ ਅੱਖਾਂ ਉੱਤੇ ਮਾਇਆ ਦੀ ਪੱਟੀ ਬੰਨੀ ਸੀ। ਕਿਤੇ ਮਾਇਆ ਦੀ ਪੱਟੀ ਖੋਲ ਕੇ ਦੇਖ, ਤੇਰੇ ਨਾਲ ਵੱਸਦਾ ਪ੍ਰਮਾਤਮਾ ਤੈਨੂੰ ਨਜ਼ਰ ਆ ਜਾਵੇਗਾ। ਇਹ ਰਹਾਉ ਦਾ ਬੰਦ ਸੀ, ਪਹਿਲਾ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ। ਸ਼੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰੂ ਪਾਈਐ, ਹਰ ਨਾਮੋ ਦੇ ਦ੍ਰਿੜਾਏ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦ੍ਰਿੜਾਏ। ਬੜੇ ਪਿਆਰੇ ਬਚਨ ਨੇ, ਅਰਦਾਸ ਤੇ ਬੇਨਤੀ ਦੇ ਨਾਲ ਭਰੇ ਹੋਏ। ਸਭ ਕਹਿੰਦੇ ਕਿਰਪਾ ਕਰੇ ਗੁਰੂ ਪਾਈਐ। ਕਹਿੰਦੇ ਕੱਲ ਚੇਤੇ ਰੱਖੀ, ਜੇ ਤੂੰ ਇਹ ਸੋਚੇ ਨਾ ਕਿ ਵੀ ਤੂੰ ਆਪਣੇ ਮਨ ਦੇ ਭਰਮ ਦੇ ਨਾਲ ਗੁਰੂ ਦੇ ਗਿਆਨ ਨੂੰ ਪਾਵੇਂਗਾ, ਜਦ ਤੱਕ ਇਹ ਹਉਮੈ ਹੈ। ਇੱਥੇ ਗੱਲ ਥੋੜ੍ਹੀ ਜਿਹੀ ਪਕੜੋ, ਸਮਝੋ ਥੋੜ੍ਹੀ ਜਿਹੀ ਗੱਲ। ਇੱਥੇ ਇਹ ਨਾ ਜਸਟੀਫਾਈ ਕਰੋ ਕਿ ਜੀ ਰੱਬ ਹੀ ਕਿਰਪਾ ਕਰੂਗਾ ਤੇ ਮੈਨੂੰ ਆਪ, ਮੈਂ ਭਾਵੇਂ ਜਿੰਨੇ ਮਰਜ਼ੀ ਮੰਦੇ ਕੰਮ ਕਰੀ ਜਾਵਾਂ, ਝੂਠ ਬੋਲੀ ਜਾਵਾਂ, ਠੱਗੀਆਂ ਮਾਰੀ ਜਾਵਾਂ, ਫਰੇਬ ਕਰੀ ਜਾਵਾਂ, ਤੇ ਜਦੋਂ ਕੋਈ ਮੈਨੂੰ ਆਖੇ ਭਾਈ ਜੀ ਤੂੰ ਉੱਠ ਕੇ ਵੀਰੇ ਤੂੰ ਗੁਰੂ ਦੀ ਗੱਲ ਕਰਿਆ ਕਰ, ਕੋਈ ਗੁਰੂ ਜੀ ਨਾਲ ਜੁੜ, ਤੇ ਮੈਂ ਇਹ ਉੱਥੇ ਐਕਸਕਿਊਜ਼ ਲੈ ਲਵਾਂ। ਨਹੀਂ ਜੀ, ਦੇਖੋ ਬਾਣੀ ਕਹਿੰਦੀ ਹੈ ਕਿ ਰੱਬ ਆਪੇ ਹੀ ਕਿਰਪਾ ਕਰਕੇ ਮੈਨੂੰ ਜੋੜੂਗਾ। ਇੱਥੇ ਅਰਥ ਇਹ ਨਹੀਂ ਗੇ, ਮਤਲਬ ਇਹ ਨਹੀਂ ਗੇ ਅਰਥ। ਇੱਥੇ ਸਤਿਗੁਰੂ ਜੀ ਨੇ ਜਿਹੜੇ ਇਹ ਸ਼ਬਦ ਵਰਤਨੇ ਨਾ, ਇਸ ਕਰਕੇ ਵਰਤੇ ਆ ਕਿ ਮਤਾਂ ਕਿਤੇ ਤੇਰੇ ਮਨ ਵਿੱਚ ਇਹ ਈਗੋ, ਇਹ ਅਹੰਕਾਰ ਕਰ ਜਾਵੇ ਕਿ ਮੈਂ ਗੁਰੂ ਨੂੰ ਮਿਲਿਆ ਵਾਂ, ਜਾਂ ਮੈਂ ਗੁਰੂ ਦੇ ਨਾਲ ਰਿਸ਼ਤਾ ਜੋੜਿਆ, ਜਾਂ ਮੈਂ ਗੁਰੂ ਗੁਰਦੇਵ ਜੀ ਨੂੰ ਲੱਭਿਆ। ਨਾ, ਤੂੰ ਤੇ ਕੁਝ ਵੀ ਨਹੀਂ ਸੀ ਕਰਨ ਜੋਗਾ। ਇਹ ਤੇ ਸਤਿਗੁਰੂ ਪਰਮਾਤਮਾ ਜੀ ਨੇ ਤੇਰੇ ਤੇ ਤਰਸ ਖਾ ਲਿਆ ਹੈ, ਤੇਰੇ ਤੇ ਤਰੁੱਠ ਪਏ ਨੇ, ਤੇਰੇ ਮਨ ਦੀ ਵਿਚਲਤਾ ਨੂੰ ਸਮਝ ਲਿਆ ਹੈ, ਤੇਰੇ ਅੰਦਰ ਬੈਠੀਆਂ ਅਰਦਾਸਾਂ ਬੇਨਤੀਆਂ ਨੂੰ ਸੁਣ ਲਿਆ ਹੈ ਕਿ ਉਹ ਪਰਿਪੂਰਨ ਪਰਮਾਤਮਾ ਨੇ ਤੈਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸ਼ਬਦ ਰੂਪੀ ਗੁਰੂ ਦਾ ਮਿਲਾਪ ਬਖਸ਼ ਦਿੱਤਾ ਹੈ। ਤੇਰਾ ਮਨ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਹੈ ਤੇ ਗੁਰਬਾਣੀ ਤੈਨੂੰ ਸਮਝ ਆਉਣ ਲੱਗ ਪਈ ਹੈ। ਇਹ ਆਪਣੀ ਚਤੁਰਾਈਆਂ ਨਾਲ ਨਹੀਂ ਸਮਝੀ ਨਾ, ਆਪਣੀਆਂ ਸਿਆਣਪਾਂ ਦੇ ਨਾਲ ਨਹੀਂ ਕੁਝ ਸਮਝਿਆ ਜਾ ਸਕਦਾ। ਇਹ ਤੇ ਗੁਰੂ ਜੀ ਪਰਮਾਤਮਾ ਜੀ ਕਿਰਪਾ ਕਰਨ, ਤਰੁੱਠ ਪੈਣ, ਰਹਿਮਤ ਕਰ ਦੇਣ, ਕਿਰਪਾ ਕਰ ਦੇਣ, ਨਦਰ ਦੀ ਅੱਖ ਕਰ ਦੇਣ। ਇਹ ਕਿਉਂ ਪਾਤਸ਼ਾਹ ਜੀ ਨੇ ਬਾਰ-ਬਾਰ ਸ਼ਬਦ ਕਿਹਾ? ਕਿਉਂਕਿ ਸਿੱਖ ਦੇ ਮਨ ਵਿੱਚ ਇੱਕ ਸੂਖਸ਼ਮ ਮਾਤਰ ਵੀ ਹਉਮੈ ਨਹੀਂ ਹੋਣੀ ਚਾਹੀਦੀ। ਕਿਤੇ ਇਹ ਇਕੱਲਿਆਂ ਬਹਿ ਕੇ ਵੀ ਫੁਰਨਾ ਨਹੀਂ ਫੁਰਨਾ ਚਾਹੀਦਾ ਕਿ ਮੈਂ ਗੁਰੂ ਜੀ ਨੂੰ ਮੱਥਾ ਟੇਕਦਾ, ਜਾਂ ਮੈਂ ਗੁਰਦੁਆਰੇ ਜਾਣਾ, ਜਾਂ ਮੈਂ ਕਥਾ ਕਰਦਾ, ਕਥਾ ਸੁਣਦਾ, ਮੈਂ ਬਾਣੀ ਪੜ੍ਹਦਾ। ਕਿਉਂਕਿ ਸਾਹਿਬ ਜੀ ਜਾਣਦੇ ਨੇ ਇਹ ਮੈਂ ਐਸਾ ਕੈਂਸਰ ਆ ਨਾ, ਜੇ ਜੀਵਨ ਦੇ ਵਿੱਚ ਵੜ ਗਿਆ, ਇਹਨੇ ਸਾਰੇ ਗੁਣਾਂ ਨੂੰ ਨੇਸ ਤੋਂ ਨਾਬੂਦ ਤਬਾਹ ਕਰ ਦੇਣਾ ਹੈ, ਜਿਹੜਾ ਅੱਜ ਵੜਿਆ ਪਿਆ। ਹੁਣ ਇਹ ਗੱਲ ਸਮਝਾਉਣ ਵਾਸਤੇ ਰਹਾਉ ਦੇ ਬੰਦ ਵਿੱਚ ਪਹਿਲਾ ਤਰੀਕਾ ਦੱਸਿਆ ਹੈ, ਭਾਈ ਜੇ ਚਾਹੁੰਦਾ ਵਾ ਕਿ ਪ੍ਰਮਾਤਮਾ ਨਾਲ ਤੇਰੀ ਇਕਮਿਕਤਾ ਬਣ ਜਾਵੇ ਤੇ ਮਾਇਆ ਦਾ ਮੋਹ ਛੱਡ ਦੇ। ਹੁਣ ਕਿਤੇ ਮਤਾਂ ਕਿਤੇ ਇਹ ਸੂਖਸ਼ਮ ਈਗੋ ਹਉਮੈ ਚਲਾ ਜਾਵੇ, ਕਿਉਂਕਿ ਹਉਮੈ ਇਹ ਐਸੀ ਹੈ, ਤੁਸੀਂ ਜਦੋਂ ਚੰਗੇ ਕੰਮ ਕਰਨ ਲੱਗਦੇ ਆ ਨਾ, ਇਹ ਤੁਹਾਡੇ ਉੱਤੇ ਆ ਕੇ ਅਸਰ ਕਰਨ ਲੱਗ ਪੈਂਦੀ ਹੈ। ਅਹੰਕਾਰ ਤੇ ਹਉਮੈ ਵੇਖਣ ਨੂੰ ਦੋਵੇਂ ਸ਼ਬਦ ਇੱਕੋ ਜਿਹੇ ਨੇ। ਆਪਾਂ ਆਮ ਕਰਕੇ ਇਹਨਾਂ ਨੂੰ ਜਦੋਂ ਟਰਾਂਸਲੇਟ ਕਰਦੇ ਹਾਂ, ਅਸੀਂ ਹਉਮੈ ਤੇ ਅਹੰਕਾਰ ਨੂੰ ਲਗਭਗ ਇੱਕੋ। ਅਹੰਕਾਰ ਅਵਗੁਣ ਦੇ ਵਿੱਚੋਂ ਪ੍ਰਫੁੱਲਤ ਹੁੰਦਾ ਹੈ, ਪਰ ਹਉਮੈ ਜਿਹੜੀ ਪ੍ਰਫੁੱਲਤ ਹੁੰਦੀ ਆ ਨਾ, ਇਹ ਗੁਣਾਂ ਦੇ ਵਿੱਚੋਂ। ਜਦੋਂ ਜਿਵੇਂ ਤੁਹਾਡੇ ਅੰਦਰ ਚੰਗੇ ਗੁਣਾਂ ਦਾ ਵਿਕਾਸ ਹੁੰਦਾ ਜਾਂਦਾ ਹੈ,
ਹਉਮੈ ਨਾਲ ਘਰ ਕਰਦੀ ਜਾਂਦੀ ਹੈ, ਕਿਉਂਕਿ ਉਹਦੇ ਅੰਦਰ ਇੱਕ ਐਸੀ ਖਿਆਲ ਪੈਦਾ ਹੋਣ ਲੱਗ ਪੈਂਦਾ ਹੈ, ਹੁਣ ਮੈਨੂੰ ਨਹੀਂ ਕਿਸੇ ਦਾ ਡਰ, ਮੈਂ ਤੇ ਬੜੇ ਚੰਗੇ ਕੰਮ ਕਰਦਾ। ਫਿਰ ਉਹ ਮਨੁੱਖ ਦੇ ਅੰਦਰ, ਤੁਸੀਂ ਆਮ ਕਰਕੇ ਮਨੁੱਖ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਵੀ ਹੈ, ਉਹਦੇ ਅੰਦਰ ਦੇਖਿਓ ਇੱਕ ਆਕੜ ਹੋਵੇਗੀ। ਮੈਂ ਇਹ ਨਹੀਂ ਕਹਿੰਦਾ ਆਕੜ ਨਹੀਂ ਚਾਹੀਦੀ, ਪਰ ਆਕੜ ਤਾਂ ਉੱਥੇ ਚਾਹੀਦੀ ਹੈ ਦੁਸ਼ਮਣ ਦੇ ਸਾਹਮਣੇ। ਜਦੋਂ ਕੋਈ ਦੁਸ਼ਮਣ ਮੇਰੇ ਜ਼ਮੀਰ ਨੂੰ ਖਰੀਦਣਾ ਚਾਹਵੇ, ਉਦੋਂ ਮੇਰੇ ਅੰਦਰ ਆਕੜ ਚਾਹੀਦੀ ਹੈ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਮੈਂ ਤੇਰੇ ਪੈਰਾਂ ਵਿੱਚ ਨਹੀਂ ਡਿੱਗਣਾ। ਇਹ ਆਕੜ। ਇਹ ਨਹੀਂ ਕਿ ਮੈਂ ਜੇ ਕੋਈ ਕਥਾ ਦਾ ਗੁਣ ਪ੍ਰਾਪਤ ਕਰ ਲਿਆ ਜਾਂ ਮੈਂ ਕੀਰਤਨ ਸੋਹਣਾ ਕਰਦਾ ਤੇ ਮੈਂ ਆਪਣੇ ਭਰਾਵਾਂ ਨੂੰ ਵੀ ਆਕੜ ਕਰ ਕਰਕੇ ਵਿਖਾਈ ਜਾਵਾਂ, ਜੀ ਮੇਰਾ ਪੂਰਾ ਹੱਕ ਬਣਦਾ ਇੱਥੇ ਬਹਿ ਕੇ ਕੀਰਤਨ ਕਰਨ ਦਾ, ਮੇਰੀ ਇੰਨਾ ਫਰਜ਼ ਬਣਦਾ ਇੰਨੀ ਭੇਟਾ ਲੈਣ ਦਾ, ਮੈਂ ਜੀ ਇੰਨਾ ਗੁਣਵਾਨ, ਇੰਨਾ ਕੀਰਤਨ ਕਰਦਾ, ਇੰਨਾ ਹੀ ਬਾਣੀ ਪੜ੍ਹਦਾ, ਇੰਨੀ ਸੇਵਾ ਕਰਦਾ। ਨਾ, ਉੱਥੇ ਨਹੀਂ ਹੈ ਆਕੜ, ਉੱਥੇ ਨਿਮਰਤਾ ਹੈ, ਉੱਥੇ ਪ੍ਰੇਮ ਹੈ, ਉੱਥੇ ਸਮਰਪਣ ਹੈ। ਕਿਤੇ ਗੁਰੂ ਨੂੰ ਸਮਰਪਣ ਕਰਕੇ ਵੇਖ, ਕਿਤੇ ਗੁਰੂ ਜੀ ਦੇ ਚਰਨਾਂ ਵਿੱਚ ਸਰੈਂਡਰ ਕਰਕੇ ਵੇਖ। ਸਾਹਿਬ ਜੀ ਕਹਿੰਦੇ ਮੇਰੇ ਬੱਚੇ ਦੇ ਹਿਰਦੇ ਵਿੱਚ ਇੱਕ ਰੱਤਿਕ ਮਾਤਰ ਵੀ ਕਿਤੇ ਹਉਮੈ ਦੀ ਮੈਲ ਨਾ ਆ ਜਾਵੇ। ਇਸੇ ਕਰਕੇ ਸਾਹਿਬ ਨੇ ਸ਼ੁਰੂ ਕੀਤੀ ਬਾਤ, ਕਹਿੰਦੇ ਕਿਰਪਾ ਕਰੇ ਗੁਰ ਪਾਈਐ। ਕਹਿੰਦੇ ਪਰਿਪੂਰਨ ਪਰਮਾਤਮਾ ਨੇ ਹੀ ਪੁੱਤ ਕਿਰਪਾ ਕੀਤੀ ਹੈ ਕਿ ਸੱਚਾ ਗਿਆਨ ਗੁਰੂ ਦਾ ਸਮਝ ਆਉਣ ਲੱਗ ਪਿਆ ਹੈ। ਹਰ ਨਾਮੋਂ ਦੇ ਦ੍ਰਿੜਾਏ। ਤੇ ਸਤਿਗੁਰੂ ਗੁਰੂਦੇਵ ਜੀ ਨੇ ਗਿਆਨ ਜਿਹੜਾ ਹੈ ਸਮਝ ਆਇਆ ਹੈ, ਤੇ ਗੁਰੂ ਦੇ ਗਿਆਨ ਤੋਂ, ਗੁਰੂ ਜੀ ਦੇ ਪਿਆਰ ਤੋਂ, ਗੁਰੂ ਦੀ ਸਮਝ ਤੋਂ ਇਹ ਦ੍ਰਿੜ ਹੋ ਗਿਆ ਹੈ ਕਿ ਇੱਕੋ ਇੱਕ ਪਰਮਾਤਮਾ ਹੀ ਜੀਵਨ ਦਾ ਆਧਾਰ ਹੈ। ਹਰ ਨਾਮੋਂ ਦੇ ਦ੍ਰਿੜਾਏ। ਦ੍ਰਿੜਾਏ ਦਾ ਅਰਥ ਹੁੰਦਾ ਦ੍ਰਿੜ ਕਰ ਦੇਣਾ, ਪੱਕਾ ਇਰਾਦਾ ਕਰ ਦੇਣਾ, ਪੱਕਾ ਜਿਹੜਾ ਬਿਲਕੁਲ ਐਨ ਸਟੀਕ ਜਿਹੜਾ ਜੀਵਨ ਦਾ ਸੁਭਾਅ ਬਣ ਜਾਣਾ, ਜਿੱਥੇ ਹੁਣ ਡੋਲਣ ਵਾਲੀ ਅਵਸਥਾ ਨਹੀਂ ਕਿ ਹੁਣ ਜਿੱਥੇ ਮਰਜ਼ੀ ਕਿਸੇ ਨੇ ਕੋਈ ਮਾੜਾ ਜਿਹਾ ਡਰਾਵਾ ਦਿੱਤਾ ਜਾਂ ਲਾਲਚ ਦਿੱਤਾ ਮਨ ਡੋਲ ਜਾਵੇਗਾ। ਨਹੀਂ, ਹੁਣ ਉੱਥੇ ਐਨ ਬਿਲਕੁਲ ਸਟੀਕ ਮੋਹਰ ਲੱਗ ਗਈ ਹੈ, ਪੂਰਾ ਦ੍ਰਿੜ ਹੋ ਗਿਆ ਮਨ। ਹੁਣ ਤੇ ਭਾਵੇਂ ਕੋਈ ਬੰਦ ਕੱਟ ਦੇਵੇ, ਭਾਵੇਂ ਚਰਖੜੀਆਂ ਤੇ ਚੜ੍ਹ ਦੇਵੇ, ਭਾਵੇਂ ਨੇਜਿਆਂ ਤੇ ਟੰਗ ਦੇਵੇ, ਹੁਣ ਨਹੀਂ ਗੁਰੂ ਤੋਂ ਦੂਰ ਹੋਣਾ, ਹੁਣ ਨਹੀਂ ਪਰਮਾਤਮਾ ਤੋਂ ਦੂਰ ਹੋਣਾ। ਕਿਉਂਕਿ ਹੁਣ ਪਰਿਪੂਰਨ ਪਰਮਾਤਮਾ ਜੀ ਨੇ, ਸਤਿਗੁਰੂ ਗੁਰੂਦੇਵ ਜੀ ਨੇ ਟੁੱਟ ਕੇ ਮਨ ਵਿੱਚ ਇਹ ਪੱਕਾ ਕਰ ਦਿੱਤਾ ਹੈ ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ। ਅਗਲੀਆਂ ਪੰਕਤੀਆਂ ਸਾਹਿਬ ਕਹਿੰਦੇ ਇਹ ਵੀ ਗੱਲ ਚੇਤਾ ਰੱਖੀ, ਪਰਮਾਤਮਾ ਨੂੰ ਖੋਜਣਾ ਵਾ ਨਾ, ਤੈਨੂੰ ਮਿਹਨਤ ਕਰਨੀ ਪਊਗੀ। ਗੁਰੂ ਜੀ ਦੇ ਗਿਆਨ ਤੇ ਤੁਰਨ ਤੋਂ ਬਿਨਾਂ, ਗੁਰੂ ਦੀ ਮੱਤ ਨੂੰ ਅਪਣਾਉਣ ਤੋਂ ਬਿਨਾਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਪਾਇਆ, ਕਿਸੇ ਨੂੰ ਨਹੀਂ ਲੱਭਿਆ ਪਰਮਾਤਮਾ। ਦਹੀਂ ਦੇ ਵਿੱਚ, ਦੁੱਧ ਵਿੱਚ ਦਹੀਂ ਵੀ ਮੌਜੂਦ ਹੈ, ਮੱਖਣ ਵੀ ਮੌਜੂਦ ਹੈ, ਪਰ ਜੇ ਤੁਸੀਂ ਆਖੋ ਬਿਨਾਂ ਜਾਗ ਲਾਇਆਂ ਵਿੱਚੋਂ ਮੱਖਣ ਨਿਕਲ ਜਾਵੇ ਜਾਂ ਦਹੀਂ ਨਿਕਲ ਜਾਵੇ, ਇਸ ਤਰ੍ਹਾਂ ਤਾਂ ਨਹੀਂ ਨਾ ਹੋਣਾ। ਗੁਰੂ ਕੀ ਹੈ? ਗੁਰੂ ਇੱਕ ਜਾਗ ਹੈ ਜੋ ਸਾਡੇ ਅੰਦਰ ਜਾਗਰਤੀ ਪੈਦਾ ਕਰਦਾ ਹੈ, ਜੋ ਸਾਨੂੰ ਜਗਾਉਂਦਾ ਹੈ, ਜੋ ਸਾਡੇ ਅੰਦਰ ਦੇ ਵਿੱਚ ਬੈਠੇ ਗੁਣਾਂ ਨੂੰ ਜਗਾਉਂਦਾ ਹੈ। ਅਵਗੁਣ ਸਾਡੇ ਜਾਗਦੇ ਪਏ ਨੇ, ਕਿਉਂਕਿ ਅਵਗੁਣ ਐਕਟੀਵੇਟ ਰਹਿੰਦੇ ਨੇ ਹਰ ਵਕਤ। ਚੇਤਾ ਰੱਖਿਓ, ਮਨੁੱਖ ਦੇ ਵਿੱਚ ਨੈਗੇਟਿਵਿਟੀ ਹਰ ਵਕਤ ਐਕਟੀਵੇਟ ਰਹਿੰਦੀ ਹੈ, ਪਰ ਪੋਜ਼ਿਟਿਵਿਟੀ ਨੂੰ ਐਕਟੀਵੇਟ ਕਰਨ ਵਾਸਤੇ ਇਹਨੂੰ ਪੋਜ਼ਿਟਿਵ ਵਿਚਾਰ ਆਪਣੇ ਅੰਦਰ ਡਿਵੈਲਪ ਕਰਨੇ ਪੈਂਦੇ ਨੇ। ਗੁਣਾਂ ਨੂੰ ਐਕਟੀਵੇਟ ਕਰਨ ਵਾਸਤੇ ਇਹਨੂੰ ਗੁਰੂ ਸ਼ਬਦ ਤੇ ਗੁਰੂ ਦੇ ਗਿਆਨ ਨਾਲ ਜੋੜਨਾ ਪੈਂਦਾ ਹੈ। ਤੁਸੀਂ ਦੇਖੋ, ਇੱਕ ਬੱਚੇ ਦੇ ਵਿੱਚ ਗਿਆਨ ਮੌਜੂਦ ਹੈ, ਪਰ ਉਸ ਗਿਆਨ ਨੂੰ ਐਕਟੀਵੇਟ ਕਰਨ ਵਾਸਤੇ ਅਸੀਂ ਉਹਨੂੰ ਪਹਿਲਾਂ ਬੋਲਣਾ ਸਿਖਾਉਂਦੇ ਹਾਂ, ਫਿਰ ਉਹਨੂੰ ਪੜ੍ਹਨ ਨਰਸਰੀ ਵਿੱਚ KG ਤੋਂ ਲੈ ਕੇ ਸ਼ੁਰੂ ਹੁੰਦਾ ਹੈ, ਹੌਲੀ ਹੌਲੀ ਉਹਦੇ ਅੰਦਰ ਗਿਆਨ ਐਕਟੀਵੇਟ ਹੋ ਜਾਂਦਾ ਹੈ। ਸਭ ਕੁਝ ਮੌਜੂਦ ਹੈ, ਬਾਹਰ ਦੀਆਂ ਕਿਤਾਬਾਂ ਦਾ ਗਿਆਨ ਅੰਦਰ ਬੈਠੇ ਗਿਆਨ ਨੂੰ ਐਕਟੀਵੇਟ ਕਰ ਦਿੰਦਾ ਹੈ। ਇਵੇਂ ਹੀ ਸਿੱਖ ਦੇ ਅੰਦਰ ਬਾਣੀ ਮੌਜੂਦ ਹੈ, ਕਿਉਂਕਿ ਇਹ ਧੁਰ ਕੀ ਬਾਣੀ ਹੈ, ਇਹ ਧੁਰ ਪਰਮਾਤਮਾ ਦਾ ਗਿਆਨ ਇਹਦੇ ਅੰਦਰ ਮੌਜੂਦ ਹੈ। ਪਰ ਇਸ ਬਾਣੀ ਨੂੰ ਐਕਟੀਵੇਟ ਕਰਨ ਵਾਸਤੇ ਇਹਦੇ ਅੰਦਰੋਂ ਗੁਰਬਾਣੀ ਦਾ ਝਰਨਾ ਝਰ ਪਵੇ, ਇਹਦੇ ਅੰਦਰੋਂ ਅੰਮ੍ਰਿਤ ਦਾ ਝਰਨਾ ਝਰ ਜਾਵੇ। ਇਸ ਵਾਸਤੇ ਸਤਿਗੁਰੂ ਗੁਰੂ ਸ਼ਬਦ ਨੂੰ ਲੈ ਕੇ ਤੁਰਨਾ ਪਵੇਗਾ। ਗੁਰਬਾਣੀ, ਗੁਰੂ ਦਾ ਗਿਆਨ, ਗੁਰੂ ਦੀ ਮੱਤ 'ਤੇ ਤੁਰਨਾ ਪਵੇਗਾ। ਜਦੋਂ ਗੁਰੂ ਦੀ ਮੱਤ 'ਤੇ, ਗੁਰੂ ਦੇ ਗਿਆਨ 'ਤੇ ਤੁਰਾਂਗੇ, ਅੰਦਰੋਂ ਅੰਮਿਓ ਸਰੋਵਰ, ਅੰਮਿਓ ਝਰਨਾ
ਗੁਰੂ ਸ਼ਬਦ ਦਾ ਗਿਆਨ ਦਾ ਝਰਨਾ ਫੁੱਟ ਪਵੇਗਾ ਤੇ ਅੰਦਰੋਂ ਗੁਣਾਂ ਦਾ ਪ੍ਰਗਾਸ ਹੋ ਜਾਵੇਗਾ। ਜੀਵਨ ਗੁਣਵਾਨ ਬਣ ਲੱਗ ਪਵੇਗਾ। ਅੰਦਰ ਪ੍ਰਮਾਤਮਾ ਦੇ ਗੁਣ, ਨਿਮਰਤਾ, ਹਲੀਮੀ, ਦਇਆ, ਪ੍ਰੇਮ ਆਉਣ ਲੱਗ ਪੈਣਗੇ। ਫਿਰ ਦੂਸਰੇ ਦਾ ਦੁੱਖ ਆਪਣਾ ਦੁੱਖ ਲੱਗੇਗਾ, ਦੂਸਰੇ ਦੀ ਤਕਲੀਫ ਆਪਣੀ ਤਕਲੀਫ ਲੱਗੇਗੀ। ਸਭ ਕਹਿੰਦੇ ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ। ਕਦੀ ਵੀ ਕਿਸੇ ਮਨੁੱਖ ਨੇ ਸਤਿਗੁਰੂ, ਗੁਰੂ ਸ਼ਬਦ, ਗੁਰੂ ਗਿਆਨ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਪ੍ਰਾਪਤ ਕੀਤਾ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਗੁਰੂ ਦੀ ਮੱਤ ਨੂੰ ਨਹੀਂ ਅਪਣਾਉਂਦਾ, ਗੁਰੂ ਕੇ ਉਪਦੇਸ਼ਾਂ 'ਤੇ ਨਹੀਂ ਤੁਰਦਾ, ਸਭ ਕਹਿੰਦੇ ਸੱਚ ਜਾਣਿਓ ਉਹਨੇ ਆਪਣਾ ਮਨੁੱਖਾ ਜੀਵਨ ਕੌਡੀਆਂ ਦੇ ਭਾਅ ਰੋਲ ਰਿਹਾ ਹੈ। ਆਪਣੇ ਜੀਵਨ ਨੂੰ ਆਪਣੇ ਹੱਥੀਂ ਉਹਨੇ ਬਰਬਾਦ ਕਰ ਲਿਆ ਹੈ। ਮਨਮੁਖ ਕਰਮ ਕਮਾਵਣੇ, ਦਰਗਾਹ ਮਿਲੇ ਸਜਾਏ। ਮਨਮੁਖ ਕਰਮ ਕਮਾਵਣੇ, ਦਰਗਾਹ ਮਿਲੇ ਸਜਾਏ। ਹੁਣ ਕਿਹੜੀ ਦਰਗਾਹ? ਇੱਥੇ ਬੜਾ ਪਿਆਰਾ ਸਵਾਲ ਹੈ, ਦਰਗਾਹ ਕਿਹੜੀ ਹੈ? ਕਿਉਂਕਿ ਸਾਨੂੰ ਤੇ ਇਹੀ ਕਿਹਾ ਗਿਆ ਹੈ ਕਿ ਲੋਕ ਪਰਲੋਕ, ਪਰਲੋਕ ਆ ਕੋਈ। ਕੀ ਹੈ ਲੋਕ ਪਰਲੋਕ? ਜਦੋਂ ਅਸੀਂ ਸੰਸਾਰੀ ਜੀਵਨ ਵਿੱਚ ਵਰਤਦੇ ਹਾਂ ਉਹ ਸਾਡਾ ਲੋਕ ਹੈ। ਜਦੋਂ ਅਸੀਂ ਪਰਿਵਾਰਕ ਜੀਵਨ ਵਿੱਚ ਵਰਤਦੇ ਹਾਂ ਤੇ ਪਰਲੋਕ ਕੀ ਹੈ? ਜਦੋਂ ਸਾਡੇ ਜੀਵਨ ਵਿੱਚ ਪਰਮਾਤਮਾ ਦਾ ਗਿਆਨ ਕਰ ਜਾਂਦਾ। ਸੰਸਾਰ 'ਚ ਹੀ ਹੈ ਸਭ ਕੁਝ। ਜਦੋਂ ਅਸੀਂ ਕੇਵਲ ਗ੍ਰਸਤ ਜੀਵਨ ਜਿਉ ਰਹੇ ਹਾਂ, ਜਿਹਦੇ ਵਿੱਚ ਪਰਮਾਤਮਾ ਦਾ ਕੋਈ ਅਨੁਭਵ ਨਹੀਂ, ਸਾਡੇ ਜੀਵਨ 'ਚ ਕੋਈ ਪਰਮਾਤਮਾ ਦੀ ਸਮਝ ਨਹੀਂ ਹੈ ਸਾਨੂੰ, ਅਸੀਂ ਬਸ ਸੰਸਾਰੀ ਜੀਵਨ 'ਤੇ ਹੀ ਜ਼ੋਰ ਦਿੱਤਾ ਹੈ, ਉਹ ਲੋਕ ਹੈ। ਹੁਣ ਪਰਲੋਕ ਕੀ ਹੈ? ਜਦੋਂ ਪਰਮਾਤਮਾ ਦੀ ਸਮਝ ਆ ਜਾਂਦੀ ਹੈ ਤੇ ਫਿਰ ਅੰਦਰ ਹੀ ਬੈਠਾ ਗਿਆਨ ਇੱਕ ਐਸੀ ਦੁਨੀਆ ਅੰਦਰ ਨਜ਼ਰ ਆਉਣ ਲੱਗ ਪੈਂਦੀ ਹੈ ਜਿੱਥੇ ਕੇਵਲ ਸੱਚ ਹੈ, ਸੱਚ ਹੈ, ਝੂਠ ਕੋਈ ਨਹੀਂ। ਲੋਕ ਝੂਠ ਦਾ ਸੰਸਾਰ ਆ, ਪਰਲੋਕ ਸੱਚ ਦਾ ਸੰਸਾਰ ਆ। ਜਿੱਦਣ ਗੁਰਬਾਣੀ ਜੀਵਨ 'ਚ ਘਰ ਕਰ ਜਾਂਦੀ ਹੈ, ਉਦਣ ਲੋਕ ਸੁਖੀਏ, ਸੰਸਾਰੀ ਜੀਵਨ ਵੀ ਨਿਰਮਲ ਹੋ ਜਾਂਦਾ ਹੈ, ਪਰਲੋਕ ਸੁਹੇਲੇ। ਉਦਣ ਪ੍ਰੀਤਮ ਪਰਮਾਤਮਾ ਦੇ ਨਾਲ ਵੀ ਜੀਵਨ ਨਿਰਮਲ ਹੋ ਜਾਂਦਾ ਹੈ। ਉਦਣ ਨਿਰੰਕਾਰ ਨਾਲ ਜੀਵਨ ਦਾ ਅਭੇਦ ਹੋ ਜਾਂਦਾ ਹੈ, ਮਿਲਾਪ ਹੋ ਜਾਂਦਾ ਹੈ ਤੇ ਉਹ ਜੀਵਨ ਦੇ ਵਿੱਚ ਸੱਚਾਈ ਟਿਕ ਜਾਂਦੀ ਹੈ। ਤੋ ਸਭ ਕਹਿੰਦੇ ਦਰਗਾਹ ਕੀ ਹੈ? ਇਹ ਸੰਸਾਰ ਜਿੱਥੇ ਨਿਰੰਕਾਰ ਵਸ ਰਿਹਾ ਹੈ। ਕਹਿੰਦੇ ਕਿਤੇ ਹੋਰ ਨਹੀਂ ਸਜ਼ਾ ਮਿਲਣੀ। ਜੇ ਤੂੰ ਆਪਣੀ ਮਨ ਦੀ ਮੱਤ ਪਿੱਛੇ ਲੱਗ ਕੇ ਜਿਹੜੇ ਕੁਕਰਮ ਕਰ ਰਿਹਾ, ਅੱਜ ਜਿਹੜੀ ਮੈਲ ਕਮਾ ਰਿਹਾ, ਵੇਖੋ ਪਤਾ ਨਹੀਂ ਸਰਗ ਨਰਕ ਦੀ ਗੱਲ ਬਾਬਾ ਕਬੀਰ ਜੀ ਕਹਿੰਦੇ ਮੈਨੂੰ ਤੇ ਨਾ ਡਰਾਇਓ। ਬਾਬਾ ਕਬੀਰ ਜੀ ਨੇ ਬੜੇ ਸਪਸ਼ਟ ਸ਼ਬਦਾਂ 'ਚ ਕਿਹਾ, ਕਹਿੰਦੇ ਇਹ ਬ੍ਰਾਹਮਣ ਮੈਨੂੰ ਨਾ ਡਰਾਈ ਕਿ ਸਵਰਗ ਕੀ ਹੈ ਤੇ ਨਰਕ ਕੀ ਹੈ, ਤੇ ਮੇਰੇ ਕੋਲ ਇਹ ਵੀ ਆਸ ਨਾ ਰੱਖੀ ਕਿ ਮੈਂ ਸਵਰਗਾਂ ਦੇ ਲਾਲਚ ਵਾਸਤੇ ਤੇਰੇ ਝੂਠ ਦੇ ਨਾਲ ਸਹਿਮਤੀ ਭਰ ਲਵਾਂਗਾ। ਇਹ ਕਦੀ ਵੀ ਨਹੀਂ ਹੋਣਾ, ਕਿਉਂਕਿ ਮੈਂ ਜਿਸ ਗੁਰੂ ਦਾ ਸਿੱਖ ਹਾਂ, ਜਿਸ ਪਰਿਪੂਰਨ ਪ੍ਰਮਾਤਮਾ ਦੇ ਗਿਆਨ ਦੀ ਸਮਝ ਮੇਰੇ ਗੁਰੂ ਨੇ ਮੈਨੂੰ ਦੱਸ ਦਿੱਤੀ ਹੈ, ਉਹ ਮੈਨੂੰ ਇਹ ਸਿਖਾਉਂਦਾ ਹੈ ਕਿਆ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਦੇ, ਮੈਂ ਤੇ ਦੋਵੇਂ ਰੱਦ ਕਰ ਦਿੱਤੇ ਨੇ ਆਪਣੇ ਗੁਰੂ ਦੀ ਮੱਤ 'ਤੇ ਚੱਲ ਕੇ। ਨਾ ਮੈਨੂੰ ਤੇਰਾ ਸੋ ਕਾਲਡ ਸਵਰਗ ਚਾਹੀਦਾ ਹੈ ਤੇ ਨਾ ਮੈਨੂੰ ਕੋਈ ਨਰਕ ਦੀ ਚਿੰਤਾ ਹੈ। ਹਮ ਕਾਹੂ ਕੀ ਕਾਨ ਨਾ ਕੱਟਤੇ। ਕਾਨ ਦਾ ਅਰਥ ਹੁੰਦਾ ਕਿਸੇ ਦੀ ਚਾਕਰੀ ਕਰਨੀ। ਤੂੰ ਇਹ ਨਾ ਸਮਝੀ ਕਿ ਮੈਂ ਤੇਰੀ ਚਾਕਰੀ ਇਸ ਕਰਕੇ ਕਰੂੰਗਾ ਕਿ ਤੂੰ ਮੈਨੂੰ ਨਰਕ ਜਾਂ ਸਵਰਗ ਦਵਾਵੇਂਗਾ। ਤੂੰ ਆਪਣਾ ਸਵਰਗ ਆਪਣੇ ਕੋ ਰੱਖ, ਆਪਣਾ ਨਰਕ ਆਪਣੇ ਕੋ ਰੱਖ। ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਮੇਰਾ ਗੁਰੂ ਮਹਾਨ ਆ, ਮੇਰਾ ਸਤਿਗੁਰੂ ਐਸਾ ਬਲਵਾਨ ਆ ਕਿ ਮੇਰੇ ਗੁਰੂ ਦੇ ਸਿੱਖ ਬਣ ਕੇ, ਗੁਰੂ ਦੀ ਮੱਤ 'ਤੇ ਚੱਲ ਕੇ ਇਹ ਦੋਵਾਂ ਚੀਜ਼ਾਂ ਤੋਂ ਮੈਂ ਉੱਪਰ ਹੋ ਗਿਆ ਵਾਂ। ਮੈਨੂੰ ਤੇਰੇ ਬਣਾਏ ਹੋਏ ਸਵਰਗ ਨਰਕ ਨਹੀਂ ਚਾਹੀਦੇ। ਹੁਣ ਇਹ ਕਿੰਨੀ ਦ੍ਰਿੜਤਾ ਹੋਵੇਗੀ ਬਾਬਾ ਕਬੀਰ ਜੀ ਦੇ ਜੀਵਨ 'ਚ। ਇਹ ਦ੍ਰਿੜਤਾ ਕਿੱਥੋਂ ਆਈ? ਜਦੋਂ ਮੈਂ ਗੁਰੂ ਦੀ ਮੱਤ ਨੂੰ ਅਪਣਾਇਆ। ਮਨਮੁਖ ਕਰਮ ਕਮਾਵਣੇ। ਹੁਣ ਇੱਥੇ ਹੀ ਉਹ ਝੂਠਾ ਸਾਧ ਜਿਹੜਾ ਨਿਤ ਖੁਆਰੀਆਂ ਕਰਦਾ ਰਿਹਾ, ਨਿਤ ਬਲਾਤਕਾਰ ਕਰਦਾ ਰਿਹਾ, ਇੱਥੇ ਹੀ ਸਜ਼ਾ ਭੋਗ ਰਿਹਾ ਨਾ। ਬੇਅੰਤ ਲੋਕ ਨੇ, ਅਸੀਂ ਵੀ ਹਾਂ। ਅੱਜ ਜਿਹੜਾ ਕੰਮ ਅੱਜ ਅਸੀਂ ਪ੍ਰੈਜ਼ੈਂਟ 'ਚ ਕਰ ਰਹੇ ਹਾਂ, ਸਾਡੀ ਪਤਾ ਤਰਾਸਦੀ ਕੀ ਹੈ? ਅਸੀਂ ਪ੍ਰੈਜ਼ੈਂਟ ਦੇ ਵਿੱਚ ਬੁਰਾ ਕੰਮ ਕਰ ਰਹੇ ਹਾਂ ਪਰ ਸਾਨੂੰ ਨਹੀਂ ਚੇਤੇ। ਅਸੀਂ ਮੂੰਹ ਤੋਂ ਕੌੜੇ ਬੋਲ ਬੋਲੀ ਜਾ ਰਹੇ ਹਾਂ।
ਨਿੰਦਾ ਕਰੀ ਜਾ ਰਹੇ ਹਾਂ, ਗੰਦਗੀ ਮੂੰਹ ਤੋਂ ਸੁੱਟੀ ਜਾ ਰਹੇ ਹਾਂ, ਅੱਖਾਂ ਤੋਂ ਗੰਦਗੀ ਵੇਖੀ ਜਾ ਰਹੇ ਹਾਂ, ਕੰਨਾਂ ਤੋਂ ਗੰਦਗੀ ਅੰਦਰ ਲਈ ਜਾ ਰਹੇ ਹਾਂ, ਹੱਥਾਂ ਤੋਂ ਬੇਈਮਾਨੀ ਦੇ ਅਪਰਾਧ ਕਰੀ ਜਾ ਰਹੇ ਹਾਂ, ਪਰ ਅੱਜ ਨਹੀਂ ਚੇਤੇ। ਫਿਰ ਅਸੀਂ ਨਾਤੇ ਧੋਤੇ ਗੁਰਸਿੱਖਿਆ, ਪਰ ਜਿਹੜੇ ਅੱਜ ਗੁਨਾਹਾਂ ਕੀਤੇ ਨੇ ਇਹ ਸਾਹਮਣੇ ਆਉਣੇ ਨੇ। ਜਵਾਨੀ ਦੇ ਵਿੱਚ ਨਸ਼ਾ ਜੋ ਬੰਦਾ ਹੈ, ਇਹਦੇ ਵਿੱਚ ਗੁਨਾਹਾਂ ਕੀਤੇ ਅੱਗੇ ਨਜ਼ਰ ਆਉਣੇ ਨੇ। ਸਭ ਕਹਿੰਦੇ ਮਨ ਮੁਖ ਕਰਮ ਕਮਾਵਣੇ। ਜਿਹੜੇ ਤੂੰ ਮਨ ਦੀ ਮੱਤ ਪਿੱਛੇ ਲੱਗ ਕੇ ਕੰਮ ਕੀਤੇ ਹਨ, ਦਰਗਾਹ ਮਿਲੇ ਸਜਾਏ। ਇੱਥੇ ਹੀ ਸੰਸਾਰ ਰੂਪੀ ਜਿਹੜੇ ਰੱਬ ਦੇ ਘਰ ਦੀ ਦਰਗਾਹ ਵਾ ਨਾ, ਇੱਥੇ ਹੀ ਤੈਨੂੰ ਸਜ਼ਾ ਮਿਲੇਗੀ। ਇਹ ਗੱਲ ਮਤਾਂ ਕਿਤੇ ਭੁੱਲ ਜਾਵੀਂ ਕਿ ਤੈਨੂੰ ਸਜ਼ਾ ਨਹੀਂ ਮਿਲੇਗੀ। ਜਿਹੜੇ ਤੂੰ ਕੰਮ ਕਰ ਰਿਹਾ, ਜਿਹੜੇ ਧੋਖੇ ਕਰ ਰਿਹਾ, ਜੋ ਲਾਲਚ ਕਰ ਰਿਹਾ, ਜੋ ਝੂਠ ਬੋਲ ਰਿਹਾ, ਇਹ ਸਜ਼ਾ ਤੈਨੂੰ ਮਿਲ ਕੇ ਰਵੇਗੀ। ਮਨ ਰੇ ਦੂਜਾ ਭਾਉ ਚੁਕਾਏ, ਹੇ ਮੇਰੇ ਮਨ ਫਿਰ ਪਾ ਕਰ ਕੀ, ਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ ਤੇ ਇਸ ਮਾਇਆ ਦੇ ਮੋਹ ਤੇ ਪਿਆਰ ਤੋਂ ਆਪਣੇ ਆਪ ਨੂੰ ਦੂਰ ਕਰ ਲਾ। ਅੰਤਰ ਤੇ ਰਹਿ ਹਰ ਵਸੈ, ਗੁਰ ਸੇਵਾ ਸੁਖ ਪਾਏ। ਪਰਮਾਤਮਾ ਹਰ ਵਕਤ ਤੇਰੇ ਅੰਦਰ ਵਸ ਰਿਹਾ ਹੈ, ਉਹ ਹਾਜ਼ਰ ਨਾਜ਼ਰ ਹੈ। ਗੁਰੂ ਦੀ ਦਸੀ ਰਹਿਤ ਤੇ ਤੁਰ ਕੇ, ਗੁਰੂ ਦੀ ਦਸੀ ਮੱਤ ਤੇ ਤੁਰ ਕੇ, ਉਹਦੀ ਦਸੀ ਹੋਈ ਸੇਵਾ ਕਰਕੇ ਤੇਰੇ ਅੰਦਰ ਇਹ ਆਤਮਿਕ ਸੁੱਖ ਤੈਨੂੰ ਮਿਲ ਸਕਦਾ ਹੈ, ਇਹ ਪ੍ਰੇਮ ਤੈਨੂੰ ਮਿਲ ਸਕਦਾ ਹੈ। ਹੁਣ ਕਮਾਲ ਦੀ ਗੱਲ ਹੈ, ਅੱਗੇ ਸਿਲੇਬਸ ਤਿਆਰ ਕੀਤਾ ਹੈ ਪਾਤਸ਼ਾਹ ਨੇ। ਹੁਣ ਸਾਡੀ ਬਾਂਹ ਫੜ ਕੇ ਕਿਤੇ ਅਸੀਂ ਭਟਕ ਨਾ ਜਾਈਏ, ਕਿਤੇ ਕਿਸੇ ਭਰਮ 'ਚ ਨਾ ਰਹਿ ਜਾਈਏ, ਕਿਤੇ ਭੁਲੇਖਾ ਨਾ ਖਾ ਜਾਈਏ। ਗੁਰੂ ਜੀ ਨੇ ਅੱਗੇ ਹੋਰ ਵਿਸਥਾਰ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਸਮਝਾ ਰਹੇ, ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ। ਕਹਿੰਦੇ ਸਿੱਖਾ, ਮੈਨੂੰ ਪਤਾ ਵਾ ਕਿ ਜਿਹੜੀ ਇੰਨੇ ਬਚਨ ਮੈਂ ਕਹੇ ਨੇ, ਕਿਤੇ ਤੂੰ ਭਟਕ ਨਾ ਜਾਵੇਂ, ਕਿਸੇ ਦੇਹ ਦੇ ਪਿੱਛੇ ਨਾ ਤੁਰ ਪਵੇਂ ਕਿ ਬਈ ਗੁਰੂ ਦੇ ਨਾਲ ਮਿਲਣਾ ਹੈ ਤੇ ਗੁਰੂ ਸ਼ਾਇਦ ਕੋਈ ਦੇਹਧਾਰੀ ਹੈ, ਕੋਈ ਪਖੰਡੀ ਹੈ। ਨਹੀਂ, ਸਭ ਕਹਿੰਦੇ ਇੱਕ ਹੀ ਗੱਲ ਚੇਤੇ ਰੱਖ, ਸੱਚ ਬਾਣੀ, ਗੁਰੂ ਜੀ ਦੇ ਬਾਣੀ, ਗੁਰੂ ਜੀ ਦੇ ਉਪਦੇਸ਼ ਬਿਲਕੁਲ ਸਦਾ ਅਟਲ ਰਹਿਣ ਵਾਲੇ, ਸੱਚੇ ਤੇ ਨਿਰਮਲ ਹਨ, ਬਿਲਕੁਲ ਠੀਕ ਹਨ। ਸੱਚ ਸ਼ਬਦ ਹੈ, ਗੁਰੂ ਜੀ ਦਾ ਇੱਕ ਇੱਕ ਸ਼ਬਦ ਸਦਾ ਸਥਿਰ ਰਹਿਣ ਵਾਲਾ ਹੈ। ਗੁਰੂ ਜੀ ਦਾ ਇੱਕ ਇੱਕ ਬਾਣੀ ਦਾ ਸ਼ਬਦ ਗਿਆਨ ਦਾ ਮੁਜਸਮਾ ਹੈ, ਗਿਆਨ ਦਾ ਘਰ ਹੈ। ਜਾਂ ਸੱਚ ਧਰੇ ਪਿਆਰ, ਤੂੰ ਇਸ ਸ਼ਬਦ ਦੇ ਪਿਆਰ, ਸ਼ਬਦ ਨਾਲ ਜੁੜ ਕੇ, ਗੁਰੂ ਦੀ ਮੱਤ ਨਾਲ ਜੁੜ ਕੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਤਾਂ ਮਿਲ ਸਕਦਾ ਹੈ ਜੇ ਇਸ ਸੱਚੇ ਗੁਰੂ ਸ਼ਬਦ, ਗੁਰੂ ਦੇ ਗਿਆਨ ਦੇ ਨਾਲ ਪਿਆਰ ਕਰੇ। ਸ਼ਬਦ ਨੂੰ ਜੇ ਅਸੀਂ ਪਿਆਰ ਕਰਾਂਗੇ ਨਾ, ਤੇ ਸ਼ਬਦ ਪ੍ਰੀਤਮ ਦੀ ਯਾਦ ਜੀਵਨ 'ਚ ਵਸਾ ਦੇਵੇਗਾ। ਮੈਂ ਇੱਕ ਬੇਨਤੀ ਕਰਾਂ, ਸ਼ਬਦ ਉਹ ਸੋਚਿਆ ਜੋ ਸਦੀਵੀ ਅਮਰਿਆ। ਸਾਡੇ ਵਰਗੇ ਹੈਨ ਮਿਟ ਜਾਣਗੇ, ਕਿੰਨੇ ਆਏ ਚਲੇ ਜਾਣਗੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ, ਮੌਜੂਦ ਨੇ। ਜਦ ਤੱਕ ਰਹਿੰਦੀ ਦੁਨੀਆ ਤੱਕ ਪਰਮਾਤਮਾ ਦਾ ਨਾਮ ਰਹੇਗਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚ ਦਾ ਉਪਦੇਸ਼ ਮਾਨਵਤਾ ਨੂੰ ਦਿੰਦੇ ਰਹਿਣਗੇ। ਫਿਰ ਸਭ ਤੋਂ ਵੱਡੀ ਗੱਲ, ਕੋਈ ਤਾਲਾ ਲਾ ਕੇ ਨਹੀਂ ਰੱਖਿਆ। ਸਿੱਖ ਕਿਸੇ ਨੂੰ ਵੀ ਵਾਂਝਾ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਤੋਂ। ਸਾਹਿਬ ਕਹਿੰਦੇ ਖਾਵੋ ਖਰਚੋ ਰਲ ਮਿਲ ਪਾਈ, ਆਓ ਰਲ ਮਿਲ ਕੇ ਖਾਈਏ, ਆਓ ਰਲ ਮਿਲ ਕੇ ਗੁਰੂ ਗਿਆਨ ਨੂੰ ਜੀਵਨ ਵਿੱਚ ਵਸਾਈਏ, ਰਲ ਮਿਲ ਕੇ ਵੰਡੀਏ। ਕਿਉਂਕਿ ਇੱਕੋ ਇੱਕ ਜੇ ਕੋਈ ਸੱਚ ਹੈ, ਉਹ ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਸਾਫ਼ ਸਾਫ਼ ਗੁਰੂ ਜੀ ਕਹਿ ਰਹੇ, ਇਸ ਸੱਚ ਦੀ ਬਾਣੀ ਨਾਲ ਜੁੜ ਜਾ, ਤੇਰੀਆਂ ਚਿੰਤਾਵਾਂ ਮਿਟ ਜਾਣਗੀਆਂ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ। ਕਹਿੰਦੇ ਜਦੋਂ ਮਨੁੱਖ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਪਿਆਰ ਵਿੱਚ ਜੁੜਦਾ ਹੈ, ਉਸ ਨੂੰ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਹਾਜ਼ਰ ਨਾਜ਼ਰ ਸੱਚ ਪ੍ਰਤੀਤ ਹੁੰਦਾ ਹੈ, ਤੇ ਜੀਵਨ ਵਿੱਚ ਸੱਚਾਈ ਰੋਮ ਰੋਮ ਦੇ ਵਿੱਚ ਟਿਕ ਜਾਂਦੀ ਹੈ। ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਫਿਰ ਕੀ ਹੁੰਦਾ ਹੈ, ਅਗਲੀ ਪ੍ਰਾਪਤੀ ਕੀ ਹੁੰਦੀ ਹੈ? ਗੁਰੂ ਜੀ ਦੇ ਸ਼ਬਦ ਦੇ ਰਾਹੀਂ ਮਨੁੱਖ ਦੇ ਅੰਦਰੋਂ ਹਉਮੈ ਕ੍ਰੋਧ ਜਿਹੜੇ ਆ, ਹਉਮੈ ਕ੍ਰੋਧ ਨਿਵਾਰ। ਹਉਮੈ ਮੈਂ ਕਰਨੀ, ਕ੍ਰੋਧ ਹਰ ਵਕਤ ਕ੍ਰੋਧੀ ਰਹਿਣਾ। ਹੁਣ ਇੱਥੇ ਇੱਕ ਸੈਕਿੰਡ ਰੁਕਣਾ ਚਾਹੁੰਦਾ ਮੈਂ। ਆਪਣੇ ਜੀਵਨ 'ਚ ਝਾਤੀ ਮਾਰੀਏ, ਸਾਡੀ ਜ਼ਿੰਦਗੀ ਕਿੰਨੀ ਕ੍ਰੋਧ ਨਾਲ ਭਰੀ ਹੈ। ਹਰ ਵਕਤ ਅੱਗ ਦੇ ਭਾਂਬੜ ਹੀ ਮੱਚਦੇ ਰਹਿੰਦੇ ਨੇ ਸਾਡੇ ਅੰਦਰ।
ਆ मैं कई बारी ਜਦੋਂ सड़क ਤੇ देखदा ਗੱਡੀ ਲੈ ਕੇ ਜਾਂ ਸਕੂਟਰ ਲੈ ਕੇ ਜਾਣਾ, ਇੰਨਾ ਕ੍ਰੋਧ ਆ ਦੁਨੀਆ 'ਚ, ਇੰਨਾ ਕ੍ਰੋਧ ਆ। ਨਿੱਤ ਕੋਈ ਨਾ ਕੋਈ ਚੌਂਕ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੁੰਦੇ ਨੇ, ਇੰਨਾ ਕ੍ਰੋਧ ਆ। ਤੇ ਇੱਕ ਗੱਲ ਚੇਤੇ ਰੱਖਿਓ, ਰਹਿਤਨਾਮੇ ਦਾ ਇੱਕ ਬੋਲ ਹੈ, ਕਹਿੰਦੇ ਸਿੱਖ ਹੋਏ ਸੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੈ ਸੋਧ। ਕਹਿੰਦੇ ਜੇ ਸਿੱਖ ਹੋ ਕੇ ਕੋਈ ਕ੍ਰੋਧ ਕਰੇ, ਉਹਨੂੰ ਤੇ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਮਨੁੱਖ ਸਾਡੀ ਧੀ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ। ਕਿਉਂਕਿ ਅੱਜ ਦੇਖੋ, ਕ੍ਰੋਧ ਹੀ ਹੈ ਕਿਸੇ ਦੀ ਧੀ ਨੂੰ ਅੱਗ ਲਾ ਦਿੱਤੀ, ਦਾਜ ਨਹੀਂ ਮਿਲਿਆ, ਅੱਗ ਲਾਤੀ, ਕੁੱਟਣ ਲੱਗ ਪਿਆ ਮਨੁੱਖ ਉਹਨੂੰ। ਅੱਜ ਕਿਤਨੇ ਕੇਸ ਜਿਹੜੇ ਨੇ ਚੱਲ ਰਹੇ ਨੇ, ਕ੍ਰੋਧ ਹੀ ਹੈ ਨਾ। ਬਾਅਦ ਵਿੱਚ ਭਾਵੇਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬਹਿ ਕੇ ਸੋਚੇ, ਕਿੰਨੇ ਕਿੰਨੇ ਪਰਿਵਾਰ ਬਰਬਾਦ ਕਰ ਦਿੱਤੇ ਨੇ ਇਸ ਕ੍ਰੋਧ ਨੇ, ਕਿੰਨੇ ਕਿੰਨੇ ਘਰ ਬਰਬਾਦ ਕਰ ਦਿੱਤੇ ਨੇ ਇਸ ਕ੍ਰੋਧ ਨੇ। ਕਿਉਂਕਿ ਇਹ ਕ੍ਰੋਧ ਹੈ ਹੀ ਜਵਾਲਾ ਐਸੀ ਹੈ, ਅੱਗ ਲਾ ਦਿੰਦੀ ਹੈ, ਭਾਂਬੜ ਮਚਾ ਦਿੰਦੀ ਹੈ। ਸਭ ਕਹਿੰਦੇ ਹਰ ਕਾ ਨਾਮ ਮਨ ਵਸੈ। ਜਦੋਂ ਗੁਰੂ ਜੀ ਦੇ ਸ਼ਬਦ ਦੇ ਰਾਹੀਂ, ਹੁਣ ਕਿੰਨੀ ਲੋੜ ਆ ਸਾਨੂੰ ਗੁਰਬਾਣੀ ਦੀ। ਹਰ ਇੱਕ ਮਨੁੱਖ ਕ੍ਰੋਧੀ ਹੈ, ਕ੍ਰੋਧ ਦੇ ਅੰਦਰ ਅੱਗ ਮੱਚਦੀ ਪਈ ਹੈ, ਤੇ ਸਾਨੂੰ ਉਸ ਕ੍ਰੋਧ ਤੋਂ ਜੇ ਕੋਈ ਬਚਾ ਸਕਦਾ ਹੈ ਤੇ ਉਹ ਗੁਰੂ ਸ਼ਬਦ, ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ। ਜਦੋਂ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਜੀ ਦਾ ਸੱਚਾ ਪ੍ਰੇਮ ਚਿੱਤ ਵਿੱਚ ਵਸ ਜਾਂਦਾ ਹੈ, ਤੇ ਮਨੁੱਖ ਦੇ ਮਨ ਵਿੱਚੋਂ ਹਉਮੈ ਤੇ ਕ੍ਰੋਧ, ਮੈਂ ਕਰਨਾ ਤੇ ਕ੍ਰੋਧ ਜਿਹੜਾ ਹੈ ਇਹ ਦੂਰ ਹੋ ਜਾਂਦਾ ਹੈ। ਜੀਵਨ ਨਿਮਰਤਾ ਤੇ ਮਿਠਾਸ ਨਾਲ ਭਰ ਜਾਂਦਾ ਹੈ। ਮਨ ਨਿਰਮਲ ਨਾਮ ਧਿਆਈ ਹੈ, ਤਾਂ ਪਾਏ ਮੋਖ ਦੁਆਰ। ਸਿੱਧੀ ਜੀ ਗੱਲ ਹੈ। ਸਭ ਕਹਿੰਦੇ ਮਨ ਨਿਰਮਲ ਨਾਮ ਧਿਆਈ ਹੈ। ਮਨ ਨੰਨੇ ਨੂੰ ਸਿਹਾਰੀ ਹੈ, ਨਿਰਮਲ ਮੈਲ ਤੋਂ ਰਹਿਤ। ਨਾਮ ਮੰਮੇ ਦੇ ਥੱਲੇ ਔਂਕੜ ਹੈ, ਇੱਕ ਵਚਨ ਦਾ ਸੂਚਕ ਪ੍ਰਮਾਤਮਾ ਦੇ ਵਾਸਤੇ ਹੈ। ਧਿਆਈ ਹੈ, ਪਰਿਪੂਰਨ ਪ੍ਰਮਾਤਮਾ ਦੇ ਹੁਕਮ ਨੂੰ ਯਾਦ ਕਰਨਾ, ਬਾਰ-ਬਾਰ ਮਨ ਨੂੰ ਉਹਦੀ ਰਜ਼ਾ ਤੇ ਭਾਣੇ 'ਚ ਟਿਕਾਉਣਾ, ਤਾਂ ਪਾਏ, ਤਾਂ ਮਿਲਦਾ ਹੈ ਮੋਖ ਦੁਆਰ, ਮੋਕਸ਼ ਦੀ ਦਰਵਾਜ਼ਾ, ਮੋਕਸ਼ ਦੀ ਪ੍ਰਾਪਤੀ। ਤੋਂ ਸਾਰੀ ਪੰਕਤੀ ਦੇ ਅਰਥ ਨੇ, ਕਹਿੰਦੇ ਪ੍ਰਮਾਤਮਾ ਦਾ ਹੁਕਮ, ਉਹਦਾ ਨਾਮ ਪਵਿੱਤਰ ਮਨ ਦੇ ਰਾਹੀਂ ਹੀ ਸਿਮਰਿਆ ਜਾ ਸਕਦਾ। ਕਿਆ ਬਚਨ ਨੇ। ਕਿਉਂਕਿ ਜੇ ਮੈਲਾ ਮਨ ਆ, ਮਨੁੱਖ ਕੇਵਲ ਢੋਂਗ ਕਰ ਰਿਹਾ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਦਾ, ਗੁਸਤਾਖੀ ਮਾਫ। ਸੱਚੇ ਪਾਤਸ਼ਾਹ ਨੇ ਕਿਹਾ ਨਾ, ਕਹਿੰਦੇ ਮੈਂ ਬੜੇ ਵੇਖੇ ਨੇ ਰਾਮ ਰਾਮ ਕਰਨ ਵਾਲੇ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਹਿੰਦੇ ਬੋਲਣ ਵਾਲੇ ਮੂੰਹ ਤੋਂ ਬਹੁਤ ਦੇਖੇ ਨੇ, ਪਰ ਰਾਮ ਕਿਸੇ ਦੇ ਚਿੱਤ ਵਿੱਚ ਵਸਦਾ ਨਹੀਂ ਵੇਖਿਆ। ਹੁਣ ਸਾਡੀ ਜ਼ਿੰਦਗੀ ਵੀ ਐਸੀ ਹੈ, ਗੁਸਤਾਖੀ ਮਾਫ। ਬਾਹਰੋਂ ਪਖੰਡ ਕਰਨ ਵਾਲੇ ਬਗਲੇ ਬਹੁਤ ਨੇ, ਪਰ ਅੰਦਰੋਂ ਕਿਸੇ ਦੇ ਵਿਰਲੇ 'ਚ ਹੀ ਖੁਸ਼ਬੂ ਹੈ ਗੁਰਮਤ ਦੀ। ਸਭ ਕਹਿੰਦੇ ਮਨ ਨਿਰਮਲ ਨਾਮ ਧਿਆਈ ਹੈ। ਪਰਿਪੂਰਨ ਪ੍ਰਮਾਤਮਾ ਨੂੰ ਜੇ ਮਿਲਣਾ ਚਾਹੁੰਦਾ ਹੈ, ਤੈਨੂੰ ਆਪਣੇ ਮਨ ਨੂੰ ਮੈਲ ਤੋਂ ਰਹਿਤ ਕਰਨਾ ਪਵੇਗਾ, ਨਿਰਮਲ ਕਰਨਾ ਪਵੇਗਾ। ਇਸ ਮਨ ਦੀ ਮਿਹਨਤ ਕਿੰਨੇ ਕਰਨੀ ਹੈ? ਦੂਜੇ ਨੇ ਆ ਕੇ ਨਹੀਂ, ਕਿਸੇ ਨੇ ਸਾਡਾ ਮਨ ਧੋ ਦੇਣਾ। ਇਹ ਸਾਨੂੰ ਆਪ ਨੂੰ ਧੋਣਾ ਪੈਣਾ ਹੈ ਵੀਰੋ। ਆਪਣੇ ਮਨ ਨੂੰ ਧੋਈਏ, ਆਪਣੇ ਕਿਤੇ ਮਿਹਨਤ ਕਰਨ ਲੱਗ ਪਈਏ ਨਾ, ਆਪਣੇ ਉੱਤੇ ਹੀ ਰੋਜ਼ਾਨਾ ਕਿਤੇ 10-20 ਮਿੰਟ ਕੱਢਣ ਲੱਗ ਪਈਏ ਆਪਣੇ ਆਪ ਨੂੰ ਸਮਝਣ ਵਾਸਤੇ, ਤੇ ਸਾਰੇ ਪਵਾੜੇ ਮੁੱਕ ਜਾਣ। ਪਰ ਸਾਨੂੰ ਦੂਜੇ ਵਾਸਤੇ ਬੜਾ ਕੁਝ ਹੈ, ਸਾਡੇ ਕੋਲ ਆਪਣੇ ਵਾਸਤੇ ਕੁਝ ਨਹੀਂ। ਸਭ ਕਹਿੰਦੇ ਮਨ ਨਿਰਮਲ, ਮਨ ਨੂੰ ਮੈਲ ਤੋਂ ਰਹਿਤ ਕੀਤਿਆਂ ਹੀ, ਵਿਕਾਰਾਂ ਤੋਂ ਰਹਿਤ ਕੀਤਿਆਂ ਹੀ ਨਾਮ ਧਿਆਈ ਹੈ। ਪ੍ਰਮਾਤਮਾ ਦਾ ਸੱਚਾ ਹੁਕਮ ਜੀਵਨ 'ਚ ਵਸ ਸਕਦਾ ਹੈ, ਤਾਂ ਪਾਏ ਮੋਖ ਦੁਆਰ। ਤਾਂ ਤੇਰੀ ਵਿਕਾਰ, ਮੋਕਸ਼ ਦਾ ਅਰਥ ਹੈ ਵਿਕਾਰਾਂ ਤੋਂ ਖਲਾਸੀ, ਤਾਂ ਤੇਰੀ ਵਿਕਾਰਾਂ ਤੋਂ ਖਲਾਸੀ ਦਾ ਤੈਨੂੰ ਰਾਹ ਲੱਭ ਸਕਦਾ ਹੈ, ਤੇਰਾ ਜੀਵਨ ਸੁਖੀ ਹੋ ਸਕਦਾ ਹੈ। ਹੁਣ ਤੀਸਰਾ ਨੰਬਰ ਬਣਦਾ ਹੈ ਅੱਜ ਦੇ ਪਾਵਨ ਸ਼ਬਦ ਦਾ, ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਸਭ ਕਹਿੰਦੇ ਮੈਂ ਸਾਰੇ ਸੰਸਾਰ ਨੂੰ ਜਦੋਂ ਦੇਖ ਰਿਹਾ, ਹਰ ਇੱਕ ਸੰਸਾਰੀ ਮਨੁੱਖ ਮੈਂ ਮੇਰੀ ਵਿੱਚ ਹੀ ਮਰਿਆ ਪਿਆ। ਇਹ ਸਾਰਾ ਜਗਤ ਹਉਮੈ ਦੀ ਅੱਗ ਦੇ ਵਿੱਚ ਜਲਿਆ ਪਿਆ। ਹਰ ਕੋਈ ਮੈਂ ਕਰ ਰਿਹਾ। ਕਿੰਨਾ ਸ਼ੋਰ ਸ਼ਰਾਬਾ ਮੈਂ ਦਾ ਪਿਆ ਹੋਇਆ ਹੈ, ਸਾਰਾ ਜਗ ਇਹਦੇ ਵਿੱਚ ਬਿਨਸ ਰਿਹਾ ਹੈ। ਮਰ ਜੰਮੈ ਆਵੇ ਜਾਏ, ਤੇ ਨਿਤ ਆਤਮਿਕ ਜੀਵਨ ਦੀ ਮੌਤ ਦੇ ਵਿੱਚ ਪਏ ਹੋਏ ਨੇ, ਨਿਤ ਜੰਮਦੇ ਨੇ,
ते नित मरदे हन। मन मुख शब्द न जाननी, जासन पत गवाए। मनमुख मन की मत पिछे तुरन वाले जिहड़े बंदे हन, शब्द ना जाननी, गुरु दे शब्द की वो कदर ही नहीं पाउंदे, गुरु दे शब्द दे नाल अपने जीवन नूं जोड़दे नहीं, जासन पत गवाए ते अपनी जिंदगी दे विच इज्जत गवा के बेपत हो के इस संसार तो जाते हैं। गुर सेवा नाउ पाईऐ, सच्चे रहे समाए। गुरु दी दसी सेवा भगती कीतियां, गुरु दे दसे रस्ते ते तुरिया, गुरु दी मत नूं लिया, फिर की हुंदा है? परमात्मा दा नाम मिलदा है, नाउ पाईऐ, परमात्मा दा हुक्म तुरन दा, परमात्मा दे दसी रहत ते परमात्मा दे गुणां नूं जीवन विच वसाउण दा मनुख नूं जिहड़ा सिद्धांत मिलदा है, नाउ पाईऐ, उहदा नाम मिलदा है, सच्चे रह समाए। फिर सदा अटल रहण वाले सच्चे परिपूर्ण परमात्मा दे विच ऐसा गुरु दा सिख लीन रहिंदा है। फिर जिहदे नाल परमात्मा दा नाम जुड़ गया, आप आम करके कहने आ ना, कोई पुत्र नलायक निकल आवे, कुपुत्र बन जावे ते माता पिता अपना नाम उतों तोड़ लैंदे ने, कहंदे नहीं साडा इहदे नाल कोई लैना देना नहीं, क्योंकि उन्होंने पता है कि जे पुत्र कुपुत्र होगा तो साडा नाम नाल जुड़िया, साडा नाम नाल लगेगा। किसी मिनिस्टर का पुत्र होवे ते बच्चे नूं तुरंत छड्ड दिंदे, कहंदे जी ये फलाने का पुत्र है। इवें ही जिन्हों रब का नाम मिलता ना, जिन्हों ये कहा जाता भी ये रब का, ये रब का बंदा है। की कहते हैं सिख नूं, जिहड़ा प्रकाशिया दाड़ा है, जिन्हें 5 ककारी वर, कहते गुरु गोबिंद सिंह का सिख आ, गुरु नानक का सिख आ। हुण साडे नाल गुरु ने अपना नाम दिता, सतगुरु ने सानू अपना नाम दे के साडे नाल नाम जोड़ लिया। हुण जदों वो गुरु नानक दा सिख झूठ बोलदा है, किहदा नाम बदनाम हुंदा है? विचारिओ कदी, किहदा नाम बदनाम हुंदा है? असीं अपने हत्थीं अपने गुरु दे सिद्धांतां दा अपमान कर रहे हैं, क्योंकि साडी मत मैली है, असीं गुरु दे नाम नूं संभाल ही नहीं सके। चाहिदा ते असीं गुरु दे दसे रस्ते ते तुरदे। गुरु जी ने सानू अपना नाम दे के निवाजे है। दुनिया के इतिहास में जदों गुरु नानक साहिब का नाम लिया जाता है, सारी दुनिया सजदा करती है, धानिया ऐसा सिख जिहड़ा गुरु नानक का सिख आ, उहदे फलसफे ते चलण वाला है, उहदे सिद्धांत नूं अपनाउण वाला है। गुर सेवा नाउ पाईए, सच्चे रहे समाए। गुरु की दसी सेवा भगती कीतियां परमात्मा के हुक्म ते तुरन की शक्ति मिलती है, ते मनुख गुरु की दसी सेवा करता है, ते फिर उहदे विच सदा वास्ते वो परिपूर्ण परमात्मा दे विच लीन हो जाता है। आखिरी बंद अज दे पावन शब्द दा, शब्द मन्नीए गुरु पाईए, विचों आप गवाए। आ देखो, ये तो सानू आप ही करना पैना वा ना। सब कहते मैं तेनों तरीके दसी जाना है, फॉलो तैं कर। कहते शब्द मन्नीए, जे तू गुरु दे शब्द विच शरधा बना लवें, गुरु दे शब्द नूं तू जीवन विच फॉलो करन लग पवें, गुरु दे शब्द ते तुरन लग पवें, फिर की होएगा? शब्द मन्नीए गुरु पाईए, शब्द विचों तैनूं गुरु दी मत मिल जावेगी। वो गुरु दी मत की होवेगी? विचों आप गवाए। तू अपने विचों अहंकार, लोभ, विकारां नूं खत्म कर देवेंगा, जदों अंदरों तेरे अंदर सच वस जाएगा। आन दिन भगत करे सदा साचे की, अन दिन भगत करे सदा साचे की लिव लाए। फिर अन दिन का अर्थ है हर रोज, हर वेले, हर पल, हर घड़ी। फिर तत्ते नूं सिहारी ते भगत, तत्ते नूं सिहारी है भगती, करें सदा साचे की लिव लाए। एक लिव तार, एक लिव जोड़ के ईमानदारी नाल कॉन्सनट्रेट होके इकाग्रता बना के फिर दिन रात ये मन परमात्मा दे गुणां विच जुड़िया रहिंदा है। फिर उस तो दूर नहीं जाता, गुरु तो दूर नहीं जाता, सदा गुरु दे प्रेम दे विच वसिया रहिंदा है, गुरु दी मत ते तुरिया रहिंदा है। नाम पदार्थ मन वसिया, नानक सहज समाए। आखिरी पंक्तियां,
ਸਾਹਿਬ ਕਹਿੰਦੇ, ਹੇ ਨਾਨਕ, ਉਸ ਦੇ ਮਨ ਵਿੱਚ ਪਰਮਾਤਮਾ ਦਾ ਅਮੋਲਕ ਗਿਆਨ, ਅਮੋਲਕ ਨਾਮ, ਅਮੋਲਕ ਸਮਝ ਆ ਵਸਦੀ ਹੈ। ਨਾਨਕ ਸਹਿਜ ਸਮਾਏ, ਤੇ ਉਹ ਆਤਮਿਕ ਅਡੋਲਤਾ ਦੇ ਵਿੱਚ ਸਦਾ ਵਾਸਤੇ ਟਿਕ ਜਾਂਦਾ ਹੈ। ਫਿਰ ਉਹ ਡੋਲਦਾ ਨਹੀਂ, ਦੁਨੀਆ ਦੀਆਂ ਪ੍ਰਸਥਿਤੀਆਂ ਉਸ ਨੂੰ ਨਹੀਂ ਡਲਾਉਂਦੀਆਂ, ਫਿਰ ਉਹ ਲਾਲਚ ਵਿੱਚ ਨਹੀਂ ਪੈਂਦਾ, ਉਹਦੀ ਜ਼ਮੀਰ ਉੱਚੀ ਹੋ ਜਾਂਦੀ ਹੈ। ਉਹਨੂੰ ਫਿਰ ਦੁਨੀਆ ਦੀ ਕੋਈ ਵੀ ਤਾਕਤ, ਵੱਡੇ ਤੋਂ ਵੱਡਾ ਲਾਲਚ ਵੀ ਗੁਰੂ ਦੇ ਸਿੱਖ ਦੀ ਜ਼ਮੀਰ ਨੂੰ ਨਹੀਂ ਖਰੀਦ ਸਕਦਾ, ਕਿਉਂਕਿ ਸਿੱਖ ਗਿਆਨ ਦਾ ਧਾਰਨੀ ਹੋ ਜਾਂਦਾ ਹੈ, ਸੱਚ ਦਾ ਮੁਜੱਸਮਾ ਬਣ ਜਾਂਦਾ ਹੈ, ਜਿਹਦੇ ਵਿੱਚ ਗੁਰੂ ਦਾ ਪ੍ਰੇਮ ਵਸ ਗਿਆ ਹੈ, ਜਿਹਦੇ ਵਿੱਚ ਗੁਰੂ ਦੀ ਭਗਤੀ ਵਸ ਗਈ ਹੈ, ਜਿਹਦੇ ਅੰਦਰ ਗੁਰੂ ਮੱਤ ਵਸ ਗਈ ਹੈ। ਉਹ ਦੁਨੀਆ ਦਾ ਸਭ ਤੋਂ ਖੂਬਸੂਰਤ, ਸਭ ਤੋਂ ਉੱਚਾ ਇਨਸਾਨ ਬਣ ਜਾਂਦਾ ਹੈ। ਇਸੇ ਕਰਕੇ ਸਾਹਿਬ ਕਹਿੰਦੇ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਾਹਿਬ ਜੀ ਕਿਰਪਾ ਕਰਨ, ਗੁਰੂ ਦੀ ਮੱਤ ਸਾਡੇ ਜੀਵਨ ਵਿੱਚ ਘਰ ਘਰ ਜਾਵੇ, ਗੁਰੂ ਜੀ ਦਾ ਸ਼ਬਦ ਅਸੀਂ ਜੀਵਨ ਦੇ ਵਿੱਚ ਫੋਲੋ ਕਰ ਲਈਏ। ਧੰਨ ਮੇਰੇ ਸੱਚਾ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਨੇ ਆਪਣੇ ਜੀਵਨ ਵਿੱਚ ਜਿਹੜੀ ਪ੍ਰੈਕਟਿਸ ਕੀਤੀ ਹੈ ਉਹ ਸਾਡੇ ਨਾਲ ਰੋਜ਼ਾਨਾ ਸ਼ੇਅਰ ਕਰਦੇ ਹਨ। ਸਾਫ਼ ਖੋਲ੍ਹ ਕੇ ਕਿਤਾਬ ਰੱਖ ਦਿੱਤੀ ਹੈ ਉਹਨਾਂ ਨੇ। ਹੁਣ ਅਸੀਂ ਕੀ ਕਰਨਾ ਹੈ, ਕਿਵੇਂ ਫੋਲੋ ਕਰਨਾ ਹੈ, ਇਹ ਸਾਡੇ 'ਤੇ ਡਿਪੈਂਡ ਆ। ਕੋਸ਼ਿਸ਼ ਅਸੀਂ ਕਰਨੀ ਆ, ਚੰਗਾ ਜੀਵਨ ਜੀਵੀਏ, ਆਪਣੇ ਬੱਚਿਆਂ ਵਾਸਤੇ ਕੁਝ ਕਰ ਲਈਏ। ਮੈਂ ਹੱਥ ਜੋੜ ਕੇ ਵਾਸਤਾ ਜੇ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ, ਆਪਣੇ ਘਰਾਂ ਨੂੰ, ਆਪਣੇ ਪਰਿਵਾਰਾਂ ਨੂੰ, ਅਸੀਂ ਦੇਖੋ ਰੋਜ਼ ਡਸਟਿੰਗ ਕਰਦੇ ਹਾਂ, ਝਾੜੂ ਮਾਰਦੇ ਹਾਂ, ਕਿਉਂ? ਸਾਡਾ ਘਰ ਸੋਹਣਾ ਲੱਗੇ। ਜੇ ਘਰ ਤੇ ਬਾਹਰ ਦਾ ਖੂਬਸੂਰਤ ਬਣ ਜਾਵੇਗਾ, ਝਾੜੂ ਵੱਜ ਜਾਵੇਗਾ, ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਘਰ ਦਾ ਸ਼ਿੰਗਾਰ ਬਣ ਜਾਣਗੀਆਂ, ਪਰ ਉਸ ਘਰ ਵਿੱਚ ਬੈਠੇ ਕੌਣ ਨੇ? ਮੇਰੇ ਵਰਗੇ ਵਿਕਾਰੀ ਰਾਖਸ਼, ਨਿਤ ਝੂਠ ਬੋਲਣ ਵਾਲੇ, ਨਿਤ ਠੱਗੀਆਂ ਮਾਰਨ ਵਾਲੇ, ਨਿਤ ਅਪਰਾਧੀ ਬੋਲੀ ਬੋਲਣ ਵਾਲੇ। ਕੀ ਉਸ ਘਰ ਦੇ ਵਿੱਚ ਡਸਟਿੰਗ ਕੀਤੀ, ਝਾੜੂ ਮਾਰਿਆ, ਸਫਲ ਹੋਇਆ? ਕਿਉਂਕਿ ਜਿੱਥੇ ਐਕਚੁਅਲੀ ਝਾੜੂ ਮਾਰਨਾ ਚਾਹੀਦਾ ਸੀ, ਰੋਜ਼ਾਨਾ ਨਿਤਨੇਮ ਕਰਕੇ ਆਪਣੇ ਮਨ ਉੱਪਰ, ਉਹ ਨਹੀਂ ਮਾਰਿਆ। ਜਦ ਤੱਕ ਹੌਲੀ ਹੌਲੀ ਚੇਤਾ ਰੱਖਿਓ, ਮੇਰੀ ਇਹ ਗੱਲ ਪੱਲੇ ਬੰਨ੍ਹ ਲਿਓ, ਅੱਜ ਜਿਸ ਘਰ ਦੇ ਵਿੱਚ ਕ੍ਰੋਧ ਵਸਦਾ ਹੈ, ਬਾਣੀ ਨਹੀਂ ਨਾ ਵਸਦੀ। ਇੱਕ ਸਮਾਂ ਐਸਾ ਆਉਂਦਾ ਹੈ, ਉਸ ਘਰ ਦੇ ਵਿੱਚ ਉਹ ਕ੍ਰੋਧੀ ਇਕੱਲਾ ਰਹਿ ਜਾਂਦਾ ਹੈ। ਹੌਲੀ ਹੌਲੀ ਉਹਦੇ ਬੱਚੇ, ਉਹਦਾ ਪਰਿਵਾਰ ਉਹਨੂੰ ਛੱਡ ਕੇ ਚਲੇ ਜਾਂਦੇ ਹਨ। ਪਰ ਜਿੱਥੇ ਪ੍ਰੇਮ ਵਸਦਾ ਵਾ ਨਾ, ਉੱਥੇ ਭਾਵੇਂ ਦੁਨੀਆ ਦੇ ਮਹਿੰਗੇ ਪਦਾਰਥ ਨਾ ਹੋਣ, ਹੋ ਸਕਦਾ ਉੱਥੇ ਮਹਿੰਗੇ ਸੋਫੇ ਨਾ ਹੋਣ, ਹੋ ਸਕਦਾ ਉੱਥੇ ਮਹਿੰਗੇ ਟੀਵੀ ਨਾ ਹੋਣ, ਪਰ ਇੱਕ ਛੱਤ ਥੱਲੇ ਪਿਓ, ਪੁੱਤ, ਧੀਆਂ, ਬੱਚੇ ਬਹਿ ਕੇ ਜਦੋਂ ਕਿਲਕਾਰੀਆਂ ਮਾਰ ਕੇ ਖੜਖੜਾਉਂਦੇ ਹੋਏ ਹੱਸਦੇ ਨੇ, ਇੱਕ ਦੂਸਰੇ ਦਾ ਸਤਿਕਾਰ, ਅਦਬ ਆ ਹਿਰਦੇ 'ਚ। ਧੀ ਬਾਹਰ ਗਈ, ਉਹਦੀਆਂ ਅੱਖਾਂ ਵਿੱਚ ਆਪਣੇ ਬਾਪ ਦੀ ਹਯਾ ਹੈ, ਮਾਤਾ ਦਾ ਪ੍ਰੇਮ ਆ, ਸਮਝ ਲੈਣਾ ਉਸ ਬਾਪ ਨੇ ਦੁਨੀਆ ਦਾ ਸਭ ਤੋਂ ਅਮੀਰ ਖਜ਼ਾਨਾ ਆਪਣੇ ਘਰ ਦੇ ਵਿੱਚ ਪ੍ਰਾਪਤ ਕਰ ਲਿਆ। ਇਹ ਸਾਡੇ 'ਤੇ ਹੈ, ਅਸੀਂ ਕੈਸਾ ਜੀਵਨ ਦੇਣਾ ਹੈ, ਕੈਸਾ ਜਿਉਣਾ ਹੈ। ਹੱਥ ਜੋੜ ਕੇ ਬੇਨਤੀ ਹੈ, ਗੁਰੂ ਨਾਨਕ ਦਾ ਨਾਮ ਲੈਵੇਂ ਆ, ਗੁਰੂ ਨਾਨਕ ਦਾ ਨਾਮ ਸਾਡੇ ਨਾਲ ਜੁੜਿਆ ਹੈ। ਸੋਚ ਸੋਚ ਕੇ, ਸਮਝ ਸਮਝ ਕੇ ਜ਼ਿੰਦਗੀ ਦੇ ਕਦਮਾਂ ਨੂੰ ਤੋਰੀਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ।